नमस्कार दर्शकों, साडे शास्त्रां दे विच 7 तरह के सुख की गल की गई है। पहला सुख है निरोगी काया। जी हाँ, जेकर मनुख सेहतमंद होएगा, फिट होएगा, तां ही वो सुखां दा भागीदार बन सकता है। असल दे विच जेकर मनुख सेहतमंद है तो उसका परिवार भी सेहतमंद होएगा। परिवार तो समाज ते समाज तो पूरा देश सेहतमंद बन जाता है। लोगों के विच सेहत प्रति, फिटनेस के प्रति जागृति पैदा करने के लिए भारत सरकार ने 29 अगस्त 2019 दे विच फिट इंडिया मूवमेंट की शुरुआत की। इस मूवमेंट के 1 साल पूरा होने ते प्रधानमंत्री नरेंद्र मोदी जी ने एज एप्रोप्रिएट फिटनेस प्रोटोकॉल्स जारी किए हैं। ये प्रोटोकॉल मिनिस्ट्री ऑफ स्पोर्ट्स और यूथ अफेयर वालों तैयार किए गए। इन्हां प्रोटोकॉल्स राहीं अलग अलग उम्र के लोगों को सेहत प्रति जागृत करने के उचित निर्देश दिते गए हैं। फिटनेस असल दे विच है की? फिट इंडिया मूवमेंट की है? फिट किवें बनिया जा सकता है? फिटनेस प्रोटोकॉल्स की हैं? इन्हां सारे प्रश्नों ते अज असीं इस खास प्रोग्राम दे विच चर्चा करांगे ते विषय रहेगा फिट इंडिया। दर्शकों, सानूं खुशी है इस महत्वपूर्ण विषय के उपर गलबात करने के लिए माहर साडे नाल ने। आओ उन्हां दा स्वागत करिए। मेरे नाल बैठे ने डॉक्टर प्रियंका भंडारी, मैडिकल आयुर्वेदिक ऑफिसर, नाल दी नाल योगा एक्सपर्ट भी ने। तो उन्हां दे नाल बैठे ने डॉक्टर राजीव मेहता, कंसलटेंट आयुर्वेदिक और योगा एक्सपर्ट ने पंजाब। आप जी का बहुत बहुत स्वागत है। डॉक्टर मेहता, जिस वे असीं गल करते हैं फिटनेस की, फिटनेस असीं किस तरह समझ सकते हैं? जी, असीं सिंपल भाषा च गल करिए जी ਤਾਂ ਫਿਟਨੈਸ ਦਾ ਮਤਲਬ ਹੈ ਕਿ ਅਸੀਂ ਜਿਹੜੀ ਰੋਜ਼ਮर्रा ਦੀ ਸਾਡੀ ਗਤੀਵਿਧੀਆਂ, ਸਾਡੇ ਕੰਮਕਾਰ ਹੈ, ਬਿਲਕੁਲ ਉਹ ਬਿਨਾਂ ਕਿਸੇ ਦਰਦ, ਤਕਲੀਫ ਤੋਂ, ਪਰੇਸ਼ਾਨੀ ਤੋਂ ਆਪਾਂ ਕਰ ਸਕਦੇ ਹੋਈਏ। ਬਿਲਕੁਲ ਤੇ ਸਾਡੇ ਜਿਹੜੇ ਸਰੀਰ ਦਾ ਵਜ਼ਨ ਹੈ ਜੀ, ਉਹ ਸਾਡੇ ਸਰੀਰ ਦੀ ਉਚਾਈ ਦੇ ਨਾਲ, ਲੰਬਾਈ ਦੇ ਨਾਲ ਜਿਹੜਾ ਹੈਗਾ ਠੀਕ ਹੋਵੇ, ਉਹਦੇ ਨਾਲ ਮੇਲ ਖਾਂਦਾ ਹੋਵੇ, ਤਾਂ ਉਹਨੂੰ ਅਸੀਂ ਸਰੀਰਕ ਤੌਰ ਤੇ ਫਿਟ ਕਹਿ ਸਕਦੇ। ਸਰੀਰਕ ਔਰ ਮਾਨਸਿਕ ਤੌਰ ਤੇ ਤੁਸੀਂ ਦੱਸਿਆ ਕਿ ਉਹ ਪੂਰੀ ਤਰ੍ਹਾਂ ਨਾਲ ਸੁਚੇਤ ਹੋਵੇ ਜੀ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਫਿਟਨੈਸ ਹੈ ਕੰਪਲੀਟ ਪੈਕੇਜ ਹੈ, ਜਿਹਦੇ ਵਿੱਚ ਸਰੀਰਕ ਔਰ ਮਾਨਸਿਕ ਤੌਰ ਤੇ ਉਹ ਸਵਸਥ ਹੋਵੇ, ਉਹਦਾ ਜਿਹੜੇ ਭਾਵਨਾਵਾਂ ਜਿਹੜੀਆਂ ਉਹ ਸਕਾਰਾਤਮਕ ਰਹਿਣ। ਇੱਕ ਜਿਹੜਾ ਦ੍ਰਿਸ਼ਟੀਕੋਣ ਹੈ ਜਿਹੜਾ ਲਾਈਫ ਦੇ ਪ੍ਰਤੀ, ਜਿਹੜਾ ਉਹ ਸਜਗ ਔਰ ਸਚੇਤ ਦ੍ਰਿਸ਼ਟੀਕੋਣ ਨੂੰ ਅਡਾਪਟ ਕੀਤਾ ਜਾਵੇ। ਤਾਂ ਦਰਸ਼ਕੋ, ਇਹ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਸਰੀਰਕ ਔਰ ਮਾਨਸਿਕ ਜਿਹੜਾ ਸੰਤੁਲਨ ਹੈ ਉਹ ਬਣਿਆ ਰਹੇ। ਇਹਨੂੰ ਅਸੀਂ ਫਿਟਨੈਸ ਜਿਹੜੀ ਹੈ, ਜਾਂ ਕਹਿ ਲਓ ਕਿ ਸਵਾਸਥਯ ਇੱਕ ਸਰੀਰ ਦੀ ਨਿਸ਼ਾਨੀ ਜਿਹੜੀ ਹੈ ਉਹ ਕਹਿ ਸਕਦੇ ਹਾਂ। ਡਾਕਟਰ ਭੰਡਾਰੀ, ਜਿਸ ਵੇਲੇ ਅਸੀਂ ਫਿਟ ਇੰਡੀਆ ਮੂਵਮੈਂਟ ਦੀ ਗੱਲ ਕਰਦੇ ਹਾਂ, ਇੱਕ ਵੱਡਾ ਅੰਦੋਲਨ ਪੂਰੇ ਦੇਸ਼ ਨੂੰ ਸਵਸਥ ਬਣਾਉਣ ਦਾ, ਇਹ ਅੰਦੋਲਨ ਜਿਹੜਾ ਇਹਦੇ ਕੀ ਮੇਨ ਮੰਤਵ ਨੇ ਇਹਨਾਂ ਦੇ ਪਿੱਛੇ, ਉਹ ਜ਼ਰੂਰ ਸਾਨੂੰ ਦੱਸੋ। ਹਾਂਜੀ, ਦੇਖिए ਸਾਡਾ ਜਿਹੜਾ ਦੇਸ਼ ਹੈ ਜੀ, ਉਸ ਦੀ ਜਨਸੰਖਿਆ ਕਾਫੀ ਹੈ ਜੀ, ਤੇ ਇਹ ਦੁਨੀਆ ਦੇ ਕੁਝ ਵੱਡੇ ਦੇਸ਼ਾਂ ਵਿੱਚੋਂ ਜੀ, ਆਈ ਥਿੰਕ 6ਵੇਂ ਜਾਂ 7ਵੇਂ ਨੰਬਰ ਤੇ ਹੈ ਜੇ ਸਾਈਜ਼ ਦੇ ਹਿਸਾਬ ਦੇ ਨਾਲ ਅਸੀਂ ਇਹਦੀ ਗੱਲ ਕਰੀਏ। ਤੇ ਇਹ ਜਿਸ ਤਰ੍ਹਾਂ ਅਸੀਂ ਦੇਖੀਏ ਕਿ ਅੱਜ ਕੱਲ੍ਹ ਮਸ਼ੀਨੀਕਰਨ ਦਾ ਯੁੱਗ ਹੈ, ਅੱਜ ਕੱਲ੍ਹ ਲੋਕਾਂ ਦਾ ਜਿਹੜਾ ਖਾਣ ਪਾਨ ਹੈ ਜਾਂ ਕਲਚਰ ਹੈ ਉਹ ਚੇਂਜ ਹੋ ਚੁੱਕਾ ਹੈ। ਜੀ, ਉੱਦਾਂ ਜੇ ਅਸੀਂ ਆਪਣੇ ਪੁਰਖਿਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਖਾਣ ਦਾ, ਪੀਣ ਦਾ, ਸੌਣ ਦਾ, ਬਹਿਣ ਦਾ, ਐਕਸਰਸਾਈਜ਼ਸ ਕਰਨ ਦਾ, ਇੱਕ ਆਪਣੇ ਸਰੀਰ ਦੇ ਪ੍ਰਤੀ ਜਿਹੜੀ ਉਹਨਾਂ ਦੀ ਜਾਗਰੂਕਤਾ ਸੀ ਉਹ ਬਿਲਕੁਲ ਸਹੀ ਸੀ। ਪਰ ਅੱਜ ਕੱਲ੍ਹ ਦੇ ਹਿਸਾਬ ਦੇ ਨਾਲ ਦੇਖੀਏ ਤੇ ਦੋ ਤਰ੍ਹਾਂ ਦੇ ਜਿਹੜੇ ਹੈ ਲੋਕਾਂ ਨੂੰ ਪ੍ਰੋਬਲਮਸ ਰਹਿੰਦੀਆਂ ਨੇ। ਇੱਕ ਹੁੰਦੇ ਆ ਸੰਕਰਾਮਕ ਰੋਗ, ਜਿਨ੍ਹਾਂ ਨੂੰ ਅਸੀਂ ਕਮਿਊਨੀਕੇਬਲ ਡਿਜ਼ੀਜ਼ ਕਹਿੰਦੇ ਹਾਂ, ਅਤੇ ਦੂਜੇ ਹੁੰਦੇ ਹੈ ਜਿਹੜੇ ਗੈਰ ਸੰਕਰਾਮਕ ਰੋਗ ਹੁੰਦੇ ਨੇ। ਹੁਣ ਹੋ ਕੀ ਰਿਹਾ ਹੈ ਕਿ ਪਹਿਲੇ ਤਾਂ ਇੱਕ ਮਹਾਮਾਰੀ ਹੁੰਦੀ ਸੀ, ਲੋਕਾਂ ਦੀ ਮੌਤ ਹੁੰਦੀ ਸੀ। ਅੱਜ ਕੱਲ੍ਹ ਜਿਹੜੇ ਸਾਡੇ ਲਾਈਫ ਸਟਾਈਲ ਡਿਸਆਰਡਰਸ, ਮਤਲਬ ਕਿ ਗੈਰ ਸੰਕਰਾਮਕ ਰੋਗ ਨੇ, ਜਿਵੇਂ ਕਿ ਵਧਿਆ ਹੋਇਆ BP ਹੈ, ਔਰ ਸ਼ੂਗਰ ਦੀ ਪ੍ਰੋਬਲਮ ਹੈ, ਹਾਰਟ ਡਿਜ਼ੀਜ਼ ਹੈ, ਬ੍ਰੇਨ ਦੀਆਂ ਪ੍ਰੋਬਲਮਸ ਨੇ, ਅਤੇ ਹੋਰ ਭਾਰ ਵਧਿਆ ਹੋਇਆ ਹੈ। ਇਹ ਸਭ ਜਿਹੜੇ ਨੇ ਲੋਕਾਂ ਦੀ ਮੌਤ ਦਾ ਵੱਡਾ ਕਾਰਨ ਬਣਦੇ ਜਾ ਰਹੇ ਨੇ। ਇਸ ਚੀਜ਼ ਨੂੰ ਨਜਿੱਠਣ ਦੇ ਲਈ ਇੱਕ ਮੂਵਮੈਂਟ ਦੀ ਤਰ੍ਹਾਂ ਫਿਟ ਇੰਡੀਆ ਮੂਵਮੈਂਟ ਨੂੰ ਸ਼ੁਰੂ ਕੀਤਾ ਗਿਆ। ਗੱਲ ਇੰਨੀ ਜਿਹੀ ਹੈਗੀ ਹੈ ਕਿ ਜੇ ਸਾਡੀ ਜ਼ਿੰਮੇਵਾਰੀ ਸਮਾਜ ਦੇ ਪ੍ਰਤੀ ਹੈ, ਆਪਣੇ ਪਰਿਵਾਰ ਦੇ ਪ੍ਰਤੀ ਹੈ, ਇਸ ਦੇਸ਼ ਦੇ ਪ੍ਰਤੀ ਹੈ, ਦੁਨੀਆ ਦੇ ਪ੍ਰਤੀ ਹੈ, ਤੇ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੀ ਆਪਣੇ ਪ੍ਰਤੀ ਹੈ। ਤੇ ਫਿਟ ਇੰਡੀਆ ਮੂਵਮੈਂਟ ਦਾ ਮੇਨ ਆਬਜੈਕਟਿਵ ਕੀ ਹੈ ਕਿ ਅਸੀਂ ਸਰੀਰਕ ਰੂਪ ਤੋਂ, ਅਸੀਂ ਮਾਨਸਿਕ ਰੂਪ ਤੋਂ ਅਤੇ ਸਪਿਰਿਚੁਅਲ ਰੂਪ ਤੋਂ ਸਭ ਤੋਂ ਪਹਿਲਾਂ ਸਿਹਤਮੰਦ ਹੋਈਏ। ਜਿਹੜਾ ਸਾਡਾ ਬੋਡੀ ਦਾ weight ਹੈਗਾ, ਬੋਡੀ ਦੀ ਹਾਈਟ ਹੈ, ਉਸ ਮੁਤਾਬਿਕ ਆਪਣੀ ਏਜ ਮਤਲਬ ਉਮਰ ਦੇ ਮੁਤਾਬਿਕ ਅਸੀਂ ਆਪਣੇ ਕੰਮ ਕਰਨ ਲਈ ਬਿਲਕੁਲ ਸਵਸਥ ਅਤੇ ਤੰਦਰੁਸਤ ਹੋਈਏ। ਤੇ ਸੈਕੰਡ ਮੋਟਿਵ ਇਹ ਹੈਗਾ ਕਿ
ਜਿਹੜੀਆਂ ਮੌਤਾਂ ਹੋ ਰਹੀਆਂ ਨੇ ਸੰਕਰਾਮਕ ਜਾਂ ਗੈਰ ਸੰਕਰਾਮਕ ਰੋਗਾਂ ਦੇ ਕਰਕੇ ਉਸ ਨੂੰ ਕੱਟ ਕੀਤਾ ਜਾ ਸਕੇ ਅਤੇ ਅਸੀਂ ਆਪਣਾ ਜਿਹੜਾ ਜੀਵਨ ਹੈ ਉਹ ਪੂਰਨ ਰੂਪ ਦੇ ਨਾਲ ਜੀ ਸਕੀਏ। ਅੱਜ ਕੱਲ੍ਹ ਦੇ ਕਰੋਨਾ ਟਾਈਮ ਦੇ ਵਿੱਚ ਇਹ ਚੀਜ਼ ਦੀ ਜਿਹੜੀ ਮਹੱਤਤਾ ਹੈ ਉਹ ਹੋਰ ਵੀ ਜ਼ਿਆਦਾ ਵੱਧ ਗਈ ਹੈ। ਬਿਲਕੁਲ ਠੀਕ ਹੈ, ਇਹ ਬਹੁਤ ਜ਼ਰੂਰੀ ਹੈ ਜਿੱਥੇ ਅਸੀਂ ਆਪਣੀ ਸਿਹਤ ਦਾ ਧਿਆਨ ਰੱਖੀਏ, ਇਹ ਸਾਡਾ ਇੱਕ ਡਿਊਟੀ ਵੀ ਹੈ ਔਰ ਅਗਰ ਅਸੀਂ ਸਿਹਤਮੰਦ ਹੋਵਾਂਗੇ ਤਾਂ ਹੀ ਸਮਾਜ, ਸਾਡਾ ਪਰਿਵਾਰ ਤੇ ਸਾਡਾ ਦੇਸ਼ ਜਿਹੜਾ ਉਹ ਸਿਹਤਮੰਦ ਬਣ ਸਕਦਾ ਹੈ। ਡਾਕਟਰ ਮਹਿਤਾ, ਜਦੋਂ ਅਸੀਂ 1 ਸਾਲ ਪੂਰਾ ਕੀਤਾ ਇਸ ਮੂਵਮੈਂਟ ਦਾ, ਇਸ ਅੰਦੋਲਨ ਦਾ, ਤੇ ਉਹਦੇ ਉੱਪਰ ਪ੍ਰਧਾਨ ਮੰਤਰੀ ਜੀ ਨੇ ਏਜ ਐਪਰੋਪ੍ਰੀਏਟ ਪ੍ਰੋਟੋਕੋਲਸ ਜਿਹੜੇ ਆ, ਫਿਟਨੈਸ ਪ੍ਰੋਟੋਕੋਲ ਉਹ ਜਾਰੀ ਕੀਤੇ ਆ, ਉਹਨਾਂ ਬਾਰੇ ਦੱਸੋ ਸਰ। ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਡੇ ਜਿਹੜੇ ਦੇਸ਼ ਹੈ, ਸਾਡੇ ਦੇਸ਼ ਕਿਆ ਸਾਰੇ ਸੰਸਾਰ ਜਿਹੜੇ ਗੈਰ ਸੰਚਾਰੀ ਰੋਗ ਹੈ, ਗੈਰ ਸੰਕਰਾਮਕ ਰੋਗ ਹੈ, ਵੱਧ ਰਹੇ ਹੈ ਜੀ ਸਰ। ਤੇ ਜਿਹੜੀ ਫਿਜ਼ੀਕਲ ਇਨਐਕਟੀਵਿਟੀ ਹੈ, ਸਰੀਰਕ ਜਿਹੜੀ ਇਨਐਕਟੀਵਿਟੀ ਹੈ, ਉਹ ਇੱਕ ਬਹੁਤ ਵੱਡਾ ਰਿਸਕ ਫੈਕਟਰ ਹੈ ਇਹਨਾਂ ਰੋਗਾਂ ਦੇ ਹੋਣ 'ਚ ਜੀ। ਲਗਭਗ 6% ਜਿਹੜੇ ਲੋਕ ਹੈ ਰੋਗਾਂ ਦਾ ਜਿਹੜਾ ਕਾਰਨ ਹੈ ਉਹ ਸਰੀਰਕ ਇਨਐਕਟੀਵਿਟੀ ਨੂੰ ਜਿਹੜਾ ਹੈਗਾ ਉਹ ਦੱਸਿਆ ਗਿਆ ਆਲਮੀ ਸਿਹਤ ਸੰਸਥਾ ਵੱਲੋਂ। ਤਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਆਲਮੀ ਸਿਹਤ ਸੰਸਥਾ ਵਿੱਚ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ 57 ਔਰ 61ਵੀਂ ਜਿਹੜੀ ਵਰਲਡ ਹੈਲਥ ਅਸੈਂਬਲੀ ਹੋਈ, ਉਹਦੇ 'ਚ ਉਹਨਾਂ ਨੂੰ ਦੇਖਦੇ ਹੋਏ ਏਜ ਅਪਰੋਪਰੀਏਟ ਜਿਹੜੇ ਪ੍ਰੋਟੋਕੋਲ ਆ ਉਹ ਜਾਰੀ ਕੀਤੇ ਗਏ। ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਹੈਗੇ ਆਪਾਂ ਫਿੱਟ ਤਾਂ ਰਹਿੰਦੇ ਸੀਗੇ, ਜਿੰਨੇ ਵੀ ਲੋਕੀ ਰਹਿੰਦੇ ਸੀ, ਮਤਲਬ ਐਕਟੀਵਿਟੀ ਵੀ ਆਪਾਂ ਕਰਦੇ ਸੀਗੇ, ਪਰ ਇਸ ਤਰ੍ਹਾਂ ਦੀ ਗਾਈਡਲਾਈਨਸ ਜਿਹੜੀ ਹੈਗੀ ਉਹਨਾਂ ਦੀ ਕੋਈ ਐਗਜ਼ਿਸਟੈਂਸ ਹੈ ਨਹੀਂ ਸੀ ਜਾਂ ਬਹੁਤ ਘੱਟ ਸੀਗੀਆਂ। ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਕਿਸ ਉਮਰ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਆ ਉਹ ਕਰਨੀ ਹੈ। ਤਾਂ 3 ਤਰ੍ਹਾਂ ਦਾ ਮੇਨ ਜਿਹੜਾ ਪ੍ਰੋਟੋਕੋਲ ਹੈ ਉਹ ਜਾਰੀ ਕੀਤਾ ਗਿਆ। ਪਹਿਲਾ ਜਿਹੜਾ ਪ੍ਰੋਟੋਕੋਲ ਹੈ ਉਹ ਛੋਟੇ 5 ਸਾਲ ਦੇ ਬੱਚੇ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦਾ, ਤੇ ਦੂਜਾ ਜਿਹੜਾ ਹੈਗਾ ਫਿਰ 18 ਤੋਂ ਬਾਅਦ 65 ਸਾਲ ਤੱਕ, ਫਿਰ ਉਸ ਤੋਂ ਬਾਅਦ 65 ਸਾਲ ਤੋਂ ਉੱਪਰ ਦੇ ਜਿਹੜੇ ਏਜ ਗਰੁੱਪ ਦੇ ਜਿਹੜੇ ਬੰਦੇ ਉਹਨਾਂ ਵਾਸਤੇ। ਜਿਹੜਾ ਪਹਿਲਾ ਗਰੁੱਪ ਹੈ 5 ਤੋਂ 18 ਸਾਲ ਵਾਲਾ, ਉਹਦੇ 'ਚ ਬੱਚੇ ਤੋਂ ਲੈ ਕੇ ਅਡਲਟ ਤੱਕ ਜਿਹੜਾ ਹੈਗਾ ਉਹ ਆ ਜਾਂਦੇ ਆ। ਤਾਂ ਉਹਦੇ 'ਚ ਜਿਹੜੀ ਅਨਸਟਰਕਚਰਡ ਜਿਹੜੀ ਹੈਗੀਆਂ ਗਤੀਵਿਧੀਆਂ, ਜਿਵੇਂ ਕਿ ਸਾਈਕਲ ਚਲਾਉਣਾ, ਰੱਸੀ ਟੱਪਣਾ ਤੇ ਕਲਾਈਂਬਿੰਗ ਕਰਨਾ, ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਆਂ ਉਹ ਕਰਨਾ ਜਿਹੜਾ ਦੱਸਿਆ ਗਿਆ। ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਰੋਜ਼ ਘੱਟ ਤੋਂ ਘੱਟ 60 ਮਿੰਟ ਦੀ ਐਕਸਰਸਾਈਜ਼ ਜਿਹੜੀ ਹੈਗੀ ਮੋਡਰੇਟ ਟੂ ਵਿਗਰਸ ਉਹ ਜ਼ਰੂਰੀ ਹੈ। ਹਰ ਜਿਹੜਾ ਵਿਅਕਤੀ ਹੈ ਉਹ 5 ਤੋਂ 18 ਸਾਲ ਦਾ ਜੋ ਵੀ ਹੈ। ਤਾਂ ਇਸ ਤੋਂ ਇਲਾਵਾ ਵੈਗਰਸ ਐਕਟੀਵਿਟੀ ਤੋਂ ਇਲਾਵਾ ਜਿਹੜੀ ਬਾਕੀ ਐਕਟੀਵਿਟੀਜ਼ ਹੈ ਉਹ ਵੀ ਜਿਹੜੀ ਹੈਗੀਆਂ ਉਹ ਇਹਦੇ ਨਾਲ ਜਿਹੜੀ ਹੈਗੀਆਂ ਕਰਨੀਆਂ ਹੈਗੀਆਂ ਜ਼ਰੂਰੀ ਨੇ। ਪੂਰਾ ਟਾਈਮ ਟੇਬਲ ਬਣਿਆ ਹੈ, ਇਹਦਾ ਸ਼ਡਿਊਲ ਪੂਰਾ ਕਿਸ ਤਰ੍ਹਾਂ ਦਾ ਇਹ ਪ੍ਰੋਟੋਕੋਲ ਹੈ ਜਿਹੜਾ ਬੱਚਿਆਂ ਵਾਸਤੇ ਹੈ 5 ਸਾਲ ਤੋਂ 18 ਸਾਲ ਦੇ ਉਮਰ? ਜਿਹੜਾ ਸਰ ਇਹਦੇ ਪ੍ਰੋਟੋਕੋਲ ਦੇ ਵਿੱਚ ਇਹ ਹੈ ਕਿ ਜਿਹੜੀ ਉਹਨਾਂ ਦੀ ਡੇਲੀ ਐਕਟੀਵਿਟੀ, ਜਿੱਦਾਂ ਸਕੂਲ ਜਾਣਾ, ਸਾਈਕਲ 'ਤੇ ਜਾਣਾ ਜਾਂ ਪੈਦਲ ਜਾਣਾ ਹੈ ਨਾ, ਜਾਂ ਮੈਦਾਨ ਦੇ ਵਿੱਚ ਸਪੋਰਟਸ ਜਿਹੜੀ ਉਹਨਾਂ ਦੀ ਸਪੋਰਟਸ ਹੈ, ਗੇਮਸ ਹੈ ਉਹ ਖੇਡਣੀਆਂ, ਵਾਲੀਬਾਲ ਹੋ ਗਈ, ਹਾਕੀ ਹੋ ਗਈ, ਇਸ ਦੇ ਅਕੋਰਡਿੰਗ ਜੋ ਵੀ ਉਹਨਾਂ ਨੂੰ ਠੀਕ ਲੱਗੇ। ਇਹ ਕਿ ਉਹਨਾਂ ਦੀ ਜਿਹੜੀ ਬਾਕੀ ਸਿਹਤ ਹੈ ਉਹਦੇ ਹਿਸਾਬ ਨਾਲ ਜਿਹੜੀ ਹੈਗੀ, ਤਾਂ ਉਹ ਐਕਟੀਵਿਟੀ ਜਿਹੜੀ ਹੈਗੀ ਉਹਨਾਂ ਦੀ ਰੂਟੀਨ ਦੇ ਵਿੱਚ ਸ਼ਾਮਲ ਹੋਣ। ਘੱਟ ਤੋਂ ਘੱਟ 1 ਘੰਟੇ ਦੀਆਂ ਐਕਟੀਵਿਟੀਜ਼। ਉਹ ਤੋਂ ਦਰਸ਼ਕੋ, ਇਹ ਬਹੁਤ ਇੰਪੋਰਟੈਂਟ ਪ੍ਰੋਟੋਕੋਲ ਹੈ ਜਿਹਦੇ ਵਿੱਚ 5 ਸਾਲ ਤੋਂ ਲੈ ਕੇ 18 ਸਾਲ ਦੀ ਉਮਰ ਦੇ ਜਿਹੜੇ ਬੱਚੇ ਆਉਂਦੇ ਆ ਉਹਨਾਂ ਵਾਸਤੇ ਸਪਸ਼ਟ ਕੀਤਾ ਗਿਆ ਕਿ ਉਹਨਾਂ ਨੇ ਇੱਕ ਦਿਨ ਦੇ ਵਿੱਚ ਘੱਟ ਤੋਂ ਘੱਟ 60 ਮਿੰਟ, 1 ਘੰਟਾ ਜਿਹੜਾ ਉਹ ਆਪਣੀਆਂ ਇਹਨਾਂ ਐਕਟੀਵਿਟੀਜ਼ ਦੇ ਉੱਪਰ ਲਗਾਉਣਾ ਹੈ, ਤਾਂ ਹੀ ਉਹ ਸਿਹਤਮੰਦ ਜਿਹੜੇ ਆ ਉਹ ਬਣੇ ਰਹਿ ਸਕਦੇ ਆ। ਡਾਕਟਰ ਭੰਡਾਰੀ, ਜਿਸ ਤਰ੍ਹਾਂ ਡਾਕਟਰ ਮਹਿਤਾ ਨੇ ਦੱਸਿਆ ਕਿ 3 ਪ੍ਰੋਟੋਕੋਲਸ ਹੈਗੇ ਆ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਰਿਲੀਜ਼ ਕੀਤੇ ਆ। ਦੂਸਰਾ ਪ੍ਰੋਟੋਕੋਲ 18 ਸਾਲ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਹੈ। ਇਸ ਪ੍ਰੋਟੋਕੋਲ 'ਚ ਕੀ ਦੱਸਿਆ ਗਿਆ? ਹਾਂਜੀ, 1 ਸਾਲ ਪੂਰਾ ਹੋਣ ਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਮੇਨ ਫੋਕਸ ਹੈ ਉਹ ਕੀਤਾ ਹੈਗਾ 18 ਸਾਲ ਤੋਂ ਲੈ ਕੇ 65 ਸਾਲ ਤੱਕ ਜੀ। ਹੁਣ ਅਸੀਂ ਸਾਰੇ ਜਿਵੇਂ ਜਾਣਦੇ ਹਾਂ ਕਿ ਜਿਹੜੀਆਂ ਮੇਨ ਪ੍ਰੋਬਲਮਸ ਹੈ, ਪਹਿਲੇ ਤਾਂ ਕੀ ਹੈ, ਜਦ ਅਸੀਂ ਬੱਚੇ ਹੁੰਨੇ ਆ ਉਸ ਟਾਈਮ ਤੇ ਜਿਵੇਂ ਕਿ ਅਸੀਂ ਬੱਚਿਆਂ ਨੂੰ ਸਾਰਿਆਂ ਨੂੰ ਦੇਖਦੇ ਹਾਂ, ਅਸੀਂ ਵੀ ਕਦੇ ਬੱਚੇ ਰਹੇ ਹਾਂ, ਤੇ ਬੱਚੇ ਜਿਹੜੇ ਆ ਖਾਂਦੇ ਪੀਂਦੇ ਵੀ ਖੂਬ ਹੈ, ਨੱਚਦੇ ਟੱਪਦੇ ਵੀ ਖੂਬ ਹੈ। ਜੇ ਲੜਦੇ ਆ ਤੇ ਦੂਜੇ ਪਲ ਉਹ ਇਕੱਠੇ ਹੋ ਜਾਂਦੇ ਆ। ਉਹਨਾਂ ਦੀ ਲਾਈਫ ਦੇ ਵਿੱਚ ਸਟ੍ਰੈਸ ਵਾਲਾ ਫੈਕਟਰ ਜਿਹੜਾ ਹੈ ਦੈਟ ਇਜ਼ ਵੈਰੀ ਲੈਸ। ਬਟ ਜਿਹੜੀ ਜ਼ਿੰਦਗੀ ਦੀਆਂ ਫਿਕਰਾਂ ਨੇ ਕਿ ਅੱਗੇ ਕਮਾਈ ਕਿੱਦਾਂ ਹੋਊਗੀ, ਵਾਟ ਵਿਲ ਬੀ ਦ ਨੈਕਸਟ ਲਾਈਫ, ਜਾਂ ਜੋ ਵੀ ਹੈ, ਉਹ 18 ਤੋਂ 65 ਸਾਲ ਦਾ ਜਿਹੜਾ ਵਰਗ ਹੈ ਉਹ ਚੁਣੌਤੀਆਂ ਨਾਲ ਭਰਿਆ ਹੋਇਆ ਹੈ। ਹਾਂਜੀ, ਚੁਣੌਤੀਆਂ ਨਾਲ ਭਰਿਆ, ਕਿ ਜਿਹਦੇ ਵਿੱਚ ਤੁਹਾਡਾ ਕਰੀਅਰ, ਫਿਰ ਤੁਸੀਂ ਕਿੱਥੇ ਕੰਮ ਕਰੋਗੇ, ਨੌਕਰੀ ਲੱਗੋਗੇ, ਪੈਸਾ ਕਮਾਓਗੇ, ਤੁਹਾਡਾ ਅੱਗੇ ਜਿਹੜਾ ਹੈ ਬਾਕੀ ਫੈਮਿਲੀ ਲਾਈਫ ਉਹ ਕਿਸ ਤਰ੍ਹਾਂ ਦੀ ਹੋਏਗੀ, ਇਹ ਰਹਿੰਦੀ ਹੈ। ਤੇ ਇਸ ਨੂੰ ਜਿਹੜਾ ਹੈ 3 ਮੇਨ ਵਰਗਾਂ ਦੇ ਵਿੱਚ ਕੈਟੇਗਰਾਈਜ਼ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤਾਂ 18 ਤੋਂ ਲੈ ਕੇ 35 ਸਾਲ, ਫਿਰ 35 ਤੋਂ ਲੈ ਕੇ 50 ਸਾਲ, ਫਿਰ 50 ਸਾਲ ਤੋਂ ਲੈ ਕੇ 64 ਸਾਲ। ਓਕੇ, ਸਬ ਕੈਟੇਗਰੀਜ਼ ਬਣਾਈਆਂ। ਹਾਂਜੀ, ਸਬ ਕੈਟੇਗਰੀਜ਼ ਬਣਾਈਆਂ ਹੋਈਆਂ ਤੇ 65 ਸਾਲ ਤੋਂ ਉੱਤੇ ਜਿਹੜਾ ਹੈ ਫਿਰ ਸਾਡੇ ਜਿਹੜੇ ਵਿਰਧ ਨੇ ਉਹਨਾਂ ਦਾ ਸੈਪਰੇਟ ਪ੍ਰੋਗਰਾਮ ਜਿਹੜਾ ਹੈ ਰਹਿੰਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਬਈ 18 ਤੋਂ ਲੈ ਕੇ 35 ਸਾਲ ਵਾਲੇ ਕੀ ਕਰਨਗੇ। ਹੁਣ 18 ਤੋਂ ਲੈ ਕੇ 35 ਸਾਲ ਦੇ ਵਿੱਚ ਆਲਮੋਸਟ ਫਲੈਕਸੀਬਿਲਿਟੀ ਵੀ ਠੀਕ ਹੁੰਦੀ ਹੈ, ਮਸਲ ਦਾ ਜ਼ੋਰ ਵੀ ਜਿਹੜਾ ਹੈ ਉਹ ਜਿਹੜੀਆਂ ਸਾਡੀਆਂ ਮਾਸਪੇਸ਼ੀਆਂ ਦਾ ਜ਼ੋਰ ਹੈ ਉਹ ਠੀਕ ਹੁੰਦਾ ਹੈ। ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਟ ਇਜ਼ ਜਸਟ ਕਿ ਇਹ 15 ਮਿੰਟ ਦਾ
ਪ੍ਰੋਗਰਾਮ ਹੈ ਕਿ ਅਸੀਂ ਇਹਨੂੰ ਸਿਰਫ 15 ਮਿੰਟਸ ਜਿਹੜਾ ਹੈ ਫੋਲੋ ਕਰਨਾ ਹੈ ਤੇ ਆਈ ਥਿੰਕ 15 ਮਿੰਟ ਕੱਢਣੇ ਕੋਈ ਔਖੇ ਤੇ ਹੈ ਨਹੀਂ। ਸਵੇਰੇ ਉਠੋ, ਸਭ ਤੋਂ ਪਹਿਲਾਂ ਪਰਮਾਤਮਾ ਦਾ ਜਿਹੜਾ ਨਾਮ ਜਪ ਹੈ ਉਹ ਕਰਨ ਤੋਂ ਬਾਅਦ ਪਹਿਲੇ ਤੇ ਅਸੀਂ ਜਿਹੜਾ ਕਪਾਲਭਾਤੀ ਕਰਨੀ ਹੈ। ਕਪਾਲਭਾਤੀ ਜਿਹੜਾ ਹੈ 30 ਸਟ੍ਰੋਕ ਦੇ 2 ਰਾਊਂਡ, ਉਸ ਤੋਂ ਬਾਅਦ ਜਿਹੜਾ ਹੈ ਫਿਰ ਸੂਰਯ ਨਮਸਕਾਰ ਦੇ 2 ਰਾਊਂਡ, ਉਸ ਤੋਂ ਬਾਅਦ ਖੜੇ ਹੋ ਕੇ ਕਰਨ ਵਾਲੇ 2-3 ਆਸਨ, ਫਿਰ ਬੈਠ ਕੇ ਕਰਨ ਵਾਲੇ, ਸਿੱਧਾ ਲੇਟ ਕੇ ਕਰਨ ਵਾਲੇ ਤੇ ਪੁੱਠਾ ਲੇਟ ਕੇ ਕਰਨ ਵਾਲੇ। ਉਸ ਤੋਂ ਬਾਅਦ ਧਿਆਨ ਜਾਂ ਮੈਡੀਟੇਸ਼ਨ ਜਿਹੜਾ ਹੈ ਔਰ ਪ੍ਰਾਣਾਯਾਮ ਇਹ ਅਬਾਊਟ 2 ਮਿੰਟ ਤੋਂ 1 ਮਿੰਟ ਤੱਕ ਤੁਸੀਂ ਕਰਨਾ ਹੈ। ਫਿਰ ਉਸ ਤੋਂ ਬਾਅਦ ਪ੍ਰਾਰਥਨਾ ਦੇ ਨਾਲ ਹੀ ਸੈਸ਼ਨ ਨੂੰ ਖਤਮ ਕਰਨਾ ਹੈ। ਇਹ ਅਬਾਊਟ 15 ਮਿੰਟ ਦਾ ਸੈਸ਼ਨ ਹੈ ਤੇ ਇਸੇ ਤਰ੍ਹਾਂ ਦੇ ਸੈਸ਼ਨਸ ਜਿਹੜੇ ਨੇ ਉਹ 35 ਤੋਂ ਲੈ ਕੇ 50 ਤੇ 50 ਤੋਂ ਲੈ ਕੇ 65 ਤੱਕ ਸਾਲ ਵਾਲਿਆਂ ਨੂੰ ਵੀ ਹੈ। ਹੁਣ ਫਰਕ ਕੀ ਹੈ ਸਰ ਕਿ ਜਿਹੜਾ ਸਾਡਾ ਏਜ ਗਰੁੱਪ ਆਉਂਦਾ 35 ਤੋਂ 50 ਦਾ, ਉਹਦੇ ਵਿੱਚ ਜਦ ਅਸੀਂ ਯੋਗਾ ਦਾ ਪ੍ਰੋਗਰਾਮ ਜਾਂ ਐਕਸਰਸਾਈਜ਼ ਸ਼ੁਰੂ ਕਰਨੀਆਂ ਹੈ, ਅਸੀਂ ਜਿਹੜੇ ਵਾਰਮਿੰਗ ਅਪ ਆਸਨ ਜਾਂ ਐਕਸਰਸਾਈਜ਼ ਹੈ ਉਹਨਾਂ ਉੱਤੇ ਜ਼ਿਆਦਾ ਜ਼ੋਰ ਦੇਣਾ ਹੈ। ਵਾਈ? ਬਿਕੋਜ਼ ਜਿਹੜੀ ਸਾਡੀ ਸਪਾਈਨ ਦੀ ਫਲੈਕਸੀਬਿਲਿਟੀ ਹੈ, ਜਿਹੜੀ ਸਾਡੀ ਰੀੜ੍ਹ ਦੀ ਹੱਡੀ ਦੀ ਫਲੈਕਸੀਬਿਲਿਟੀ ਹੈ, ਉਹ ਉਮਰ ਦੇ ਮੁਤਾਬਿਕ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਸਭ ਤੋਂ ਪਹਿਲਾਂ ਕੀ ਹੈ, ਜਾਂ ਜੋੜਾਂ ਦੀਆਂ ਤਕਲੀਫਾਂ ਵੀ ਜਿਹੜੀਆਂ ਨੇ ਉਹ 35-36 ਸਾਲ ਤੋਂ ਬਾਅਦ ਹੋਂਦ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਕੋਈ ਵੀ ਐਕਸਰਸਾਈਜ਼ ਜਾਂ ਆਸਨ ਕਰਨ ਤੋਂ ਪਹਿਲਾਂ ਆਪਣੇ ਸਰੀਰ ਦੀਆਂ ਜਿਹੜੀਆਂ ਨਾੜਾਂ ਨੇ, ਖੂਨ ਦੀਆਂ ਨਾੜਾਂ ਨੇ, ਉਹਨਾਂ ਨੂੰ ਖੋਲ੍ਹਣਾ ਤਾਂ ਕਿ ਸਰਕੂਲੇਸ਼ਨ ਠੀਕ ਹੋਵੇ। ਤੇ ਇਸ ਸਭ ਵਾਸਤੇ ਜਿਹੜਾ ਹੈ ਉਹ ਸ਼ਿਥਲੀਕਰਨ ਵਿਆਮ ਜਿਹੜੇ ਨੇ ਉਹ ਕੀਤੇ ਜਾਂਦੇ ਆ। ਸੈਕਿੰਡ ਗੱਲ ਕੀ ਹੈਗੀ ਹੈ ਕਿ ਜਿੱਦਾਂ ਜਿੱਦਾਂ ਤੁਹਾਡੀ ਫਲੈਕਸੀਬਿਲਿਟੀ ਹੈ ਉਸ ਹਿਸਾਬ ਦੇ ਨਾਲ ਆਸਨ ਚੇਂਜ ਹੁੰਦੇ ਆ। ਇਹ ਤੋਂ ਬਾਅਦ ਆਉਂਦਾ ਹੈ 50 ਤੋਂ 65 ਦਾ ਵਰਗ। ਇਹਦੇ ਵਿੱਚ ਕੀ ਕਰਨਾ ਹੈ ਕਿ ਇਹਦੇ ਵਿੱਚ ਜਿਹੜਾ ਸ਼ਿਥਲੀਕਰਨ ਅਭਿਆਸ ਹੈ ਜਾਂ ਵਾਰਮਿੰਗ ਅਪ ਹੈ ਉਹਨੂੰ ਹੋਰ ਜ਼ਿਆਦਾ ਤਵੱਜੋ ਦੇਣੀ ਹੈ ਤਾਂ ਕਿ ਜੇ ਅਸੀਂ ਮਤਲਬ ਆਸਨ, ਐਕਸਰਸਾਈਜ਼ਸ, ਪ੍ਰਾਣਾਯਾਮ, ਭਸਤ੍ਰਿਕਾ, ਭ੍ਰਾਮਰੀ ਵਗੈਰਾ ਕੁਝ ਵੀ ਕਰਦੇ ਹਾਂ ਤੇ ਉਹਦੇ ਨਾਲ ਸਾਡੇ ਸਰੀਰ ਨੂੰ ਇੰਜਰੀ ਨਾ ਹੋਵੇ, ਉਹ ਸਾਨੂੰ ਮੈਕਸਿਮਮ ਬੈਨੀਫਿਟ ਦੇ ਸਕੇ। ਇਹਦੇ ਨਾਲ ਇੱਕ ਇੰਪੋਰਟੈਂਟ ਗੱਲ ਮੈਂ ਕਹਿਣਾ ਚਾਹਾਂਗੀ ਸਰ ਕਿ ਅੱਜ ਕੱਲ੍ਹ ਦੀਆਂ ਜਿਹੜੀ ਪ੍ਰੋਬਲਮਸ ਨੇ ਉਹ ਫਲੈਕਸੀਬਿਲਿਟੀ ਰਿਲੇਟਡ ਹੈ। ਇਹ ਸਾਰੇ ਜਿਹੜੇ ਪ੍ਰੋਟੋਕੋਲਸ ਨੇ ਇਹ ਸਾਰਿਆਂ ਵਾਸਤੇ ਕੋਮਨ ਨੇ ਏਜ ਗਰੁੱਪ ਵਾਸਤੇ। ਤੁਹਾਡੀ ਪ੍ਰੋਬਲਮ ਦੇ ਮੁਤਾਬਿਕ ਜੇ ਲੋੜ ਪੈਂਦੀ ਹੈ ਤੇ ਤੁਸੀਂ ਡਾਕਟਰ ਜਾਂ ਯੋਗਾ ਐਕਸਪਰਟ ਦੇ ਕੋਲੋਂ ਸਲਾਹ ਜ਼ਰੂਰ ਲਵੋ। ਇਹ ਬਹੁਤ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਜਿਹੜੇ ਪ੍ਰੋਟੋਕੋਲਸ ਦੱਸਿਆ ਗਿਆ ਇਹ ਜਨਰਲ ਪ੍ਰੋਟੋਕੋਲਸ ਹੈ ਔਰ ਆਪਣੇ ਸਰੀਰ ਦੇ ਮੁਤਾਬਕ ਯੋਗਾ ਐਕਸਪਰਟਸ ਦੇ ਨਾਲ ਸਲਾਹ ਦੇ ਨਾਲ ਅਸੀਂ ਜਿਹੜੀਆਂ ਆਪਣੇ ਸਰੀਰ ਦੇ ਅਨੁਸਾਰ ਐਕਸਰਸਾਈਜ਼ਸ ਹੈ ਉਹਨਾਂ ਨੂੰ ਸਿਲੈਕਟ ਕਰ ਸਕਦੇ ਹਾਂ। ਡਾਕਟਰ ਮਹਿਤਾ, ਤੀਸਰਾ ਪ੍ਰੋਟੋਕੋਲ ਜਿਹੜਾ ਹੈ 65 ਸਾਲ ਤੋਂ ਉੱਪਰ ਉਮਰ ਵਾਲਿਆਂ ਵਾਸਤੇ, ਬਜ਼ੁਰਗਾਂ ਵਾਸਤੇ ਜਿਹੜਾ ਪ੍ਰੋਟੋਕੋਲ ਹੈ ਉਹਦੇ ਬਾਰੇ ਜ਼ਰੂਰ ਦੱਸੋ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਜਿਹੜਾ 18 ਤੋਂ 65 ਸਾਲ ਦਾ ਆਪਣਾ ਪ੍ਰੋਗਰਾਮ ਹੈ, ਉਸੇ ਤਰ੍ਹਾਂ ਹੀ ਜਿਹੜਾ ਹੈਗਾ 18 ਤੋਂ 65 ਸਾਲ ਦੇ ਵਿੱਚ ਵੀ ਉਹਨਾਂ ਵੱਲੋਂ ਜਿਹੜੀ WHO ਵੱਲੋਂ ਜਾਰੀ ਕੀਤੇ ਗਏ ਗਾਈਡਲਾਈਨਸ ਹੈ, ਘੱਟ ਤੋਂ ਘੱਟ ਉਹਨਾਂ ਨੇ ਦੱਸਿਆ ਕਿ ਇੱਕ ਹਫ਼ਤੇ ਦੇ ਵਿੱਚ ਜਿਹੜਾ 150 ਮਿੰਟ ਦਾ ਪ੍ਰੋਗਰਾਮ ਤੁਸੀਂ ਹੈਲਥ ਦਾ ਜਿਹੜਾ ਉਹ ਕਰਨਾ ਹੈ। 150 ਮਿੰਟ ਦੀ ਜਿਹੜੀ ਐਕਸਰਸਾਈਜ਼ ਹੈ ਉਹ ਇੱਕ ਹਫ਼ਤੇ ਦੇ ਵਿੱਚ ਕਰਨੀ ਹੈ। ਤਾਂ ਇਸੇ ਤਰ੍ਹਾਂ ਹੀ 65 ਸਾਲ ਤੋਂ ਉੱਪਰ ਵੀ ਉਸੇ ਤਰ੍ਹਾਂ ਹੀ 150 ਮਿੰਟ ਦਾ ਟਾਈਮ ਉਹਨਾਂ ਨੇ ਘੱਟ ਤੋਂ ਘੱਟ ਰੱਖਿਆ। ਜੇ ਇਸ ਤੋਂ ਵੱਧ ਕਰਦੇ ਹਾਂ ਤਾਂ ਉਹਦੇ ਵੱਧ ਬੈਨੀਫਿਟ ਹੈ। ਬਟ ਉਹਦਾ ਇੱਕ ਹੋਰ ਆਯਾਮ ਹੈਗਾ ਜਿਹੜਾ ਦੱਸਿਆ ਗਿਆ, ਜਿਹੜਾ ਡਾਕਟਰ ਸਾਹਿਬ ਨੇ ਜਿੱਦਾਂ ਐਕਸਪਲੇਨ ਕੀਤਾ ਕਿ 18 ਤੋਂ 64 ਸਾਲ ਔਰ 65 ਸਾਲ ਤੋਂ ਬਾਅਦ ਜਿਹੜੀ ਹੋਰ ਪ੍ਰੋਬਲਮ ਜਿਹੜੀ ਹੈਗੀਆਂ, ਜਿੱਦਾਂ ਸਾਡੀ ਪ੍ਰੈਗਨੈਂਟ ਵੂਮਨਸ ਹੈਗੀਆਂ ਜਾਂ ਜਿਹੜੀ ਔਰਥੋਪੋਰੋਸਿਸ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਂਦੀ ਹੈ, ਤਾਂ ਇਸ ਤਰ੍ਹਾਂ ਦੀ ਪ੍ਰੋਬਲਮਸ ਵੀ ਨਾਲ ਸ਼ੁਰੂ ਹੋ ਜਾਂਦੀਆਂ, ਕਾਰਡੀਓ ਰੈਸਪੀਰੇਟਰੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਤਾਂ ਜਿਹੜੇ ਇਹੋ ਜਿਹੇ ਰੋਗੀ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਜਾਂਦੀਆਂ ਨੇ ਮਤਲਬ ਤਕਰੀਬਨ ਲੋਕਾਂ ਨੂੰ, ਤਾਂ ਉਹਨਾਂ ਨੂੰ ਆਪਣੇ ਡਾਕਟਰ ਦੀ ਸਲਾਹ ਨਾਲ ਇਸ ਟਾਈਮ ਨੂੰ ਜਿਹੜਾ ਘੱਟ ਜਾਂ ਵੱਧ ਕੀਤਾ ਜਾ ਸਕਦਾ ਹੈ। ਜਿਹੜਾ ਮੈਡੀਟੇਸ਼ਨ ਹੈ, ਜਿਹੜਾ ਯੋਗਾ ਹੈ, ਉਹ ਉਸ ਤਰ੍ਹਾਂ ਹੀ ਕੀਤਾ ਜਾ ਸਕਦਾ ਹੈ। ਉਹਦਾ ਇੱਕ ਹੋਰ ਬੈਨੀਫਿਟ ਹੈ ਕਿ 65 ਸਾਲ ਤੋਂ ਬਾਅਦ ਇੱਕ ਆਮ ਪ੍ਰੋਬਲਮ ਆ ਜਾਂਦੀ ਹੈ ਕਿ ਥੱਲੇ ਗਿਰ ਕੇ ਹੱਡੀ ਟੁੱਟ ਗਈ ਹੈ ਨਾ, ਚੂਲੇ ਦੀ ਹੱਡੀ ਟੁੱਟ ਗਈ, ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਆ ਜਾਂਦੀਆਂ ਨੇ, ਆਪਾਂ ਦੇਖਦੇ ਹਾਂ। ਤਾਂ ਇਹ ਐਕਸਰਸਾਈਜ਼ ਤਾਂ ਕਰਕੇ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ ਕਿ ਸਾਡੀ ਜਿਹੜੀ ਹੱਡੀਆਂ ਹੈ, ਜਿਹੜੀ ਸਾਡੇ ਮਸਲ ਹੈ, ਉਹਨਾਂ ਨੂੰ ਮਜ਼ਬੂਤ ਕਰਦੇ ਆ ਤੇ ਉਹਨਾਂ ਦੀ ਜਿਹੜੀ ਸਟਰੈਂਥ ਹੈ, ਉਹਨਾਂ ਦੀ ਜਿਹੜੀ ਗ੍ਰਿਪ ਹੈ ਉਹ ਠੀਕ ਬਣੀ ਰਹਿੰਦੀ ਹੈ। ਤਾਂ ਇਸ ਕਰਕੇ ਜਿਹੜੀ ਐਕਸਰਸਾਈਜ਼ ਹੈ 65 ਸਾਲ ਤੋਂ ਬਾਅਦ ਵੀ ਹੈ ਦੱਸੀ ਗਈ ਹੈ ਤਾਂ ਬਹੁਤ ਜ਼ਰੂਰੀ ਹੈ। ਆਮ ਆਪਾਂ ਦੇਖਦੇ ਹਾਂ ਕਿ ਜੇ ਆਪਾਂ 65 ਸਾਲ ਤੋਂ ਬਹੁਤ ਜ਼ਿਆਦਾ ਏਜ ਹੋ ਗਈ ਤਾਂ ਐਕਸਰਸਾਈਜ਼ ਕਰਨੀ ਜ਼ਰੂਰੀ ਨਹੀਂ ਹੋਏਗੀ, ਬਟ ਉਸ ਟਾਈਮ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਉਸ ਟਾਈਮ ਜਿਹੜਾ ਚੋਟ ਲੱਗਣ ਦਾ ਜਿਹੜਾ ਖਤਰਾ ਹੈ ਉਹ ਵੱਧ ਜਾਂਦਾ ਹੈ। ਤੇ ਅੱਜ ਕੱਲ੍ਹ ਤਾਂ ਆਪਾਂ ਜਿਹੜੇ ਸਾਡੇ ਹੈਲਥ ਸਿਸਟਮ ਹੈ ਉਹ ਬਹੁਤ ਜ਼ਿਆਦਾ ਸੁਧਾਰ ਆ ਗਿਆ, ਤਾਂ ਏਜ ਵੀ ਜਿਹੜੀ ਵੱਧ ਗਈ ਹੈ, ਐਕਸਪੈਕਟਡ ਜਿਹੜੀ ਏਜ ਹੈ, ਤਾਂ ਉਸ ਦੇ ਨਾਲ ਜਿਹੜੀ ਇਹ ਚੀਜ਼ਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ ਨੇ। ਤਾਂ ਇਸ ਕਰਕੇ ਇਹ ਗਾਈਡਲਾਈਨ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਭਾਰਤ ਸਰਕਾਰ ਵੱਲੋਂ। ਇੱਕ ਤਰ੍ਹਾਂ ਨਾਲ ਇੱਕ ਸਟੇਜਿਸ ਹੈ ਕਿ ਜਿਸ ਤਰ੍ਹਾਂ ਸਾਡਾ ਉਮਰ ਵੱਧ ਰਹੀ ਹੈ, ਤਿਆਰ ਕੀਤਾ ਜਾਵੇ ਤਾਂ ਕਿ ਸਰੀਰ ਜਿਹੜਾ ਉਹਦੀ ਫਲੈਕਸੀਬਿਲਿਟੀ ਬਣੀ ਰਹੇ ਸ਼ੁਰੂ ਤੋਂ ਹੀ ਲੈ ਕੇ ਜਿਹੜਾ ਹੈਗਾ ਆਪਾਂ ਕਹਿੰਦੇ ਹਾਂ ਕਿ ਵਧੀਆ ਏਜਿੰਗ ਹੋਵੇ। ਬਿਲਕੁਲ। ਤਾਂ ਉਹਦਾ ਇਹ ਨਹੀਂ ਹੈ ਕਿ ਆਪਾਂ 50 ਸਾਲ ਤੋਂ ਬਾਅਦ ਜਿਹੜਾ ਹੈਗਾ ਉਹਦੇ ਵਾਸਤੇ ਕੰਮ ਕਰਨਾ ਸ਼ੁਰੂ ਕਰੀਏ। ਉਹਦੀ ਜਿਹੜੀ ਸ਼ੁਰੂਆਤ ਹੈ ਉਹ ਬਚਪਨ ਤੋਂ ਹੀ ਜਿਹੜੀ 5 ਸਾਲ ਤੋਂ ਜਿਹੜੀ ਹੈਗੀ ਪ੍ਰੋਟੋਕੋਲ ਅਕੋਰਡਿੰਗ ਸਾਨੂੰ ਕਰਨੀ ਹੈ। ਵੈਸੇ ਤਾਂ ਆਪਾਂ ਜਦੋਂ ਬੱਚਾ ਗਰਭ 'ਚ ਹੁੰਦਾ ਉਦੋਂ ਤੋਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਹਾਂ ਕਿ ਸਵਸਥ ਜਿਹੜਾ ਹੈਗਾ ਬੱਚਾ ਪੈਦਾ ਹੋਵੇ ਤੇ ਅੱਗੇ ਬਣ ਕੇ ਸਵਸਥ ਨਾਗਰਿਕ ਬਣੇ। ਪਰ ਇਹ ਪ੍ਰੋਟੋਕੋਲ ਦੇ ਅਕੋਰਡਿੰਗ 5 ਸਾਲ ਤੋਂ ਜਿਹੜਾ ਹੈਗਾ ਸ਼ੁਰੂ ਹੋ ਜਾਂਦਾ ਤੇ 65 ਸਾਲ ਤੋਂ ਬਾਅਦ ਤੱਕ ਜਦੋਂ ਤੱਕ ਵੀ ਉਮਰ ਹੈ ਉਦੋਂ ਤੱਕ ਚੱਲਦਾ ਰਹਿੰਦਾ। ਬਿਲਕੁਲ। ਡਾਕਟਰ ਭੰਡਾਰੀ, ਜਿਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਕਿ ਇੱਕ ਸਟੇਜਿਸ ਹੈ, ਅਲੱਗ-ਅਲੱਗ ਸਟੇਜਿਸ ਤੋਂ ਨਿਕਲ ਰਹੇ ਹਾਂ ਤਾਂ ਕਿ ਜਿਹੜਾ ਜੀਵਨ ਹੈ ਉਹ ਸਵਸਥ ਰਹੇ, ਫਿਟ ਰਹੇ। ਇਹਦੇ ਨਾਲ ਪਰਿਵਾਰ ਨੂੰ ਵੀ ਫਾਇਦਾ ਹੈ, ਸਮਾਜ ਨੂੰ ਵੀ ਤੇ ਦੇਸ਼ ਨੂੰ ਵੀ ਫਾਇਦਾ ਹੈ। ਤਾਂ ਇੱਕ ਪੂੰਜੀ ਹੈ ਸਵਾਸਥ ਜਿਹੜਾ,
ਤਾਂ ਅਸੀਂ ਇਸ ਪੂੰਜੀ ਨੂੰ ਕਿੱਦਾਂ ਸਵਾਰ ਸਕਦੇ ਹਾਂ, ਕਿੱਦਾਂ ਸਮਝਾ ਕੇ ਆਪਣੇ ਕੋਲ ਰੱਖ ਸਕਦੇ ਹਾਂ ਤਾਂ ਕਿ ਇਹ ਮਜ਼ਬੂਤੀ ਜਿਹੜੀ ਹੈ ਹਮੇਸ਼ਾ ਬਣੀ ਰਹੇ? ਕਿ ਉਹਦੇ ਵਾਸਤੇ ਕੋਈ ਉਮਰ ਫਿਕਸ ਹੈ ਕਿ ਇੰਨੀ ਉਮਰ ਤੋਂ ਹੀ ਅਸੀਂ ਸ਼ੁਰੂ ਕਰ ਸਕਦੇ ਹਾਂ? ਹਾਂਜੀ, ਦੇਖੋ ਇੱਥੇ ਮੈਂ ਡਾਕਟਰ ਸਾਹਿਬ ਦੀ ਗੱਲ ਦੇ ਵਿੱਚ ਕੁਝ ਚੀਜ਼ਾਂ ਐਡ ਔਨ ਕਰਨਾ ਚਾਹਾਂਗੀ ਜੀ। ਇਹ ਜਿਹੜੀ ਸਾਰੀ ਗੱਲ ਹੈ ਇਹਦਾ ਸਭ ਤੋਂ ਜਿਹੜਾ ਵਧੀਆ ਐਗਜ਼ਾਮਪਲ ਹੈ ਨਾ, ਜੇ ਅਸੀਂ ਆਪਣੀ ਨਾਨੀ ਜਾਂ ਦਾਦੀ ਮਾਂ ਨੂੰ ਜਾਂ ਬੀਬੀ ਨੂੰ ਦੇਖੀਏ ਤੇ ਅਸੀਂ ਕੀ ਦੇਖਦੇ ਹਾਂ ਕਿ ਉਹਨਾਂ ਦੇ ਸਰੀਰ ਜਿਹੜੇ ਨੇ 70 80 85 ਜਾਂ 90 ਸਾਲ ਦੇ ਵਿੱਚ ਵੀ ਵੇਖ ਸਕਦੇ ਨੇ, ਆਪਣਾ ਕੰਮ ਕਰ ਸਕਦੇ ਨੇ ਤੇ ਮਤਲਬ ਵਜ਼ਨ ਵੀ ਠੀਕ ਹੈ, ਜੁਆਇੰਟਸ ਵੀ ਠੀਕ ਹੈ। ਤੇ ਸੱਚੀ ਗੱਲ ਕਹੀਏ ਤੇ ਜੇ ਅਸੀਂ ਅੱਜ ਕੱਲ੍ਹ ਦੀ ਪੋਪੂਲੇਸ਼ਨ ਹੈ ਮਸ਼ੀਨੀਕਰਨ ਦੇ ਯੁੱਗ ਦੇ ਵਿੱਚ ਅੱਜ ਦੇ ਬੰਦੇ ਨੂੰ 30 ਸਾਲ ਬਾਅਦ ਸੋਚੀਏ ਤੇ ਕਾਫੀ ਪ੍ਰੋਬਲਮਸ ਆਉਂਦੀਆਂ ਨੇ ਨਜ਼ਰ, ਪਰ ਉਹ 80 85 90 ਦੇ ਵਿੱਚ ਵੀ ਬਿਲਕੁਲ ਫਿੱਟ ਹੈ। ਉਹ ਇਸ ਕਰਕੇ ਫਿੱਟ ਹੈ ਕਿਉਂਕਿ ਉਹ ਜਦ ਜਵਾਨ ਸੀਗੇ ਉਸ ਟਾਈਮ ਤੇ 5-10 ਕਿਲੋਮੀਟਰ ਪੈਦਲ ਚੱਲਣਾ ਨਾਰਮਲ ਗੱਲ ਸੀ, ਸਾਈਕਲ ਚਲਾਣੀ 5-10 ਕਿਲੋਮੀਟਰ ਨਾਰਮਲ ਗੱਲ ਸੀ। ਉਹਦੇ ਨਾਲ ਹੀ ਜਿਹੜਾ ਖਾਣ ਪੀਣ ਦਾ ਸਿਸਟਮ ਬਹੁਤ ਵਧੀਆ ਸੀ, ਡਾਈਟ ਪਿਓਰ ਸੀ, ਸ਼ੁੱਧ ਸੀ, ਤੇ ਨਾਲ ਜਿੱਦਾਂ ਕੋਈ ਵੀ ਕੰਮ ਹੈ ਹੱਥੀਂ ਆਪ ਉਹਨਾਂ ਨੇ ਕਰਨਾ। ਇਸ ਕਰਕੇ ਉਹ ਜਿਹੜਾ ਲਗਾਤਾਰ ਜਦ ਤੋਂ ਪੈਦਾ ਹੋਏ ਸੀ ਉਹ ਜਿਹੜੀ ਚੀਜ਼ ਸ਼ੁਰੂ ਹੋਈ ਸੀ ਉਸ ਦਾ ਇਫੈਕਟ ਉਹਨਾਂ ਨੂੰ 80 85 90 ਦੀ ਉਮਰ ਤੱਕ ਜਿਹੜਾ ਦੇਖਣ ਨੂੰ ਮਿਲ ਰਿਹਾ। ਠੀਕ ਹੈ, ਜਿਹੜੀ ਏਜ ਵਾਈਜ਼ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਇੱਦਾਂ ਹੈ ਕਿ ਫਰੈਂਕਲੀ ਸਪੀਕਿੰਗ ਸਭ ਤੋਂ ਪਹਿਲਾਂ ਤੇ ਇੱਕ ਫੈਮਿਲੀ ਦਾ ਜਿਹੜਾ ਯੂਨਿਟ ਹੁੰਦਾ ਹੈ ਉਸ ਵਿੱਚ ਬੱਚਾ ਜਿਹੜਾ ਹੈ ਆਪਣੇ ਮਾਂ-ਬਾਪ ਦੇ ਕੋਲ ਆਉਂਦਾ ਹੈ। ਠੀਕ ਹੈ, ਜਨਰਲੀ ਕੀ ਹੁੰਦਾ ਹੈ ਕਿ ਮਾਂ-ਬਾਪ ਸਾਰੀ ਜ਼ਿੰਮੇਵਾਰੀ ਜਿਹੜੀ ਸਕੂਲ ਦੇ ਉੱਤੇ ਪਾ ਦਿੰਦੇ ਨੇ ਕਿ ਸਕੂਲ ਇਸ ਤਰ੍ਹਾਂ ਦਾ ਫਿਟਨੈਸ ਪ੍ਰੋਗਰਾਮ ਕਰਾਉਣ, ਇਹ ਕਰਾਉਣ, ਪਰ ਪਹਿਲੇ ਬੱਚਾ ਜਿਹੜਾ ਕਿਹਦੇ ਸੰਪਰਕ ਵਿੱਚ ਆਉਂਦਾ ਹੈ? ਮਾਂ-ਪਿਓ ਦੇ ਸੰਪਰਕ ਵਿੱਚ। ਪਹਿਲੇ ਜੇ ਅਸੀਂ ਆਪਣੇ ਬੱਚੇ ਨੂੰ ਦੱਸਣਾ ਹੈ ਤੇ ਪਹਿਲੇ ਆਪਣੀਆਂ ਆਦਤਾਂ ਸੁਧਾਰੋ। ਬਿਲਕੁਲ, ਖਾਣਾ ਪੀਣਾ, ਐਕਸਰਸਾਈਜ਼ ਜਾਂ ਜਿਸ ਤਰ੍ਹਾਂ ਵੀ ਬੋਲਣੀ ਚਾਲਣੀ, ਸਭ ਕੁਝ ਸਾਨੂੰ ਅਸੀਂ ਪਹਿਲੇ ਠੀਕ ਕਰੀਏ। ਤੇ ਤੁਸੀਂ ਸਮਝ ਸਕਦੇ ਹੋ ਜਦ ਬੱਚੇ ਦਾ ਜਨਮ ਹੁੰਦਾ ਹੈ ਇਹ ਟ੍ਰੇਨਿੰਗ ਤੇ ਤਦੇ ਤੋਂ ਸ਼ੁਰੂ ਹੋ ਜਾਂਦੀ ਹੈ। ਪਰ ਐਗਜ਼ੈਕਟਲੀ ਜੇ ਅਸੀਂ ਯੋਗ ਸ਼ਾਸਤਰਾਂ ਦੇ ਮੁਤਾਬਿਕ ਮਤਲਬ ਦੇਖੀਏ ਤੇ ਕੁਝ ਆਸਨ ਤੇ ਕੁਝ ਕਿਰਿਆਵਾਂ ਜਿਹੜੀਆਂ ਨੇ ਜਦ ਬੱਚਾ 4-5ਵੇਂ ਸਾਲ 'ਚ ਹੁੰਦਾ ਹੈ ਤਦ ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ। ਤੇ ਜਿਹੜਾ ਐਡਲਟ ਯੋਗਾ ਪ੍ਰੋਗਰਾਮ ਹੈਗਾ ਉਹ ਜਦ ਬੱਚਾ 11-12 ਸਾਲਾਂ ਦਾ ਹੁੰਦਾ ਉਸ ਨੂੰ ਤਦ ਤੋਂ ਫੋਲੋ ਕੀਤਾ ਜਾ ਸਕਦਾ ਹੈ। ਪਰ ਇਹ ਮੈਂ ਕਹਿਣਾ ਬਹੁਤ ਜ਼ਰੂਰੀ, ਇਹ ਬਹੁਤ ਹੀ ਜ਼ੋਰ ਦੇ ਕੇ ਗੱਲ ਕਹਿ ਰਹੀ ਹਾਂ ਕਿ ਜੇ ਅਸੀਂ ਚਾਹੁੰਦੇ ਹਾਂ ਨਾ ਕਿ ਬੱਚਾ ਜਿਹੜਾ ਹੈ ਸਾਡਾ ਲੀਜੈਂਡ ਬਣੇ, ਗ੍ਰੇਟ ਬਣੇ ਜਾਂ ਉਸ ਵਿੱਚ ਇਹ ਆਦਤਾਂ ਹੋਣ ਤੇ ਉਹਦੇ ਵਿੱਚ ਬੀਜ ਰੂਪ ਵਿੱਚ ਤੁਹਾਨੂੰ ਸ਼ੁਰੂ ਤੋਂ ਪਾਣੀਆਂ ਪੈਣਗੀਆਂ। ਹਾਂਜੀ, ਪਹਿਲੇ ਆਪ ਐਗਜ਼ਾਮਪਲ ਬਣੀਏ ਫਿਰ ਬੱਚਾ ਆਪਣੇ ਆਪ ਸਿੱਖੇ। ਬਹੁਤ ਜ਼ਰੂਰੀ ਹੈ। ਦੂਜਾ ਗੱਲ ਇਹ ਹੋਏਗਾ ਸਰ ਜਿਹੜੀ ਆਪਾਂ ਗੱਲ ਕੀਤੀ, ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਪੂੰਜੀ ਆਪਣੀ ਕਿਉਂ ਜ਼ਰੂਰੀ ਹੈ ਸਾਹਮਣੇ। ਬਿਲਕੁਲ ਬਿਲਕੁਲ, ਉਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦੀਆਂ ਕਿਉਂਕਿ ਜਿੱਦਾਂ ਡਾਕਟਰ ਸਾਹਿਬ ਨੇ ਪਹਿਲਾਂ ਹੀ ਦੱਸਿਆ ਸੀਗਾ ਕਿ 2 ਤਰ੍ਹਾਂ ਦੇ ਗੈਰ ਸੰਚਾਰੀ ਤੇ ਸੰਚਾਰੀ ਰੋਗ ਹੈ। ਤੇ ਜਿਹੜੀ ਘੱਟ ਤੋਂ ਮਿਡਲ ਇਨਕਮ ਗਰੁੱਪ ਵਾਲੀ ਜਿਹੜੀ ਕੰਟਰੀਜ਼ ਹੈਗੀਆਂ ਉਹਨਾਂ ਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ ਗੈਰ ਸੰਚਾਰੀ ਰੋਗ ਵੀ ਵੱਧ ਰਹੇ ਆ ਤੇ ਜਿਹੜੇ ਸੰਚਾਰੀ ਰੋਗ ਆ ਉਹ ਵੀ ਹਲੇ ਤੱਕ ਚੱਲ ਰਹੇ ਆ। ਤਾਂ ਜਿਹੜੇ ਸਾਡਾ ਸਿਹਤ ਦਾ ਸਿਸਟਮ ਹੈ ਉਹਦੇ ਵਾਸਤੇ ਡਬਲ ਜਿਹੜਾ ਬੋਝ ਹੈ, ਵਜਨ ਹੈ, ਉਹ ਆ ਜਾਂਦਾ ਕਿ ਇੱਕ ਤਰਫ ਤਾਂ ਉਹਨਾਂ ਦੇ ਜਿਹੜੇ ਸੰਚਾਰੀ ਰੋਗ ਹੈ ਉਹਨਾਂ ਨੂੰ ਵੀ ਠੀਕ ਕਰਨਾ, ਇੱਕ ਗੈਰ ਸੰਚਾਰੀ ਰੋਗ ਵੀ ਠੀਕ ਕਰਨੇ ਆ। ਤਾਂ ਇੰਨੀ ਸਾਰੀ ਇਨਫਰਾਸਟ੍ਰਕਚਰ, ਇੰਨੀ ਸਾਰੀ ਜਿਹੜਾ ਹੈਗਾ ਮੈਨ ਪਾਵਰ ਤਿਆਰ ਕਰਨੀ ਉਹ ਬਹੁਤ ਵੱਡਾ ਕੰਮ ਹੈ, ਬਹੁਤ ਵੱਡਾ ਚੈਲੰਜ ਹੈ ਜਿਹੜਾ ਹੈਗਾ ਕੰਟਰੀਜ਼ ਦੇ ਵਾਸਤੇ, ਇਹਨਾਂ ਕੰਟਰੀਜ਼ ਵਾਸਤੇ। ਤਾਂ ਉਹਦਾ ਸਭ ਤੋਂ ਵੱਡਾ ਇਹ ਹੈ ਕਿ ਆਪਾਂ ਆਪਣੇ ਆਪ ਨੂੰ ਸਿਹਤ ਰੱਖੀਏ, ਜਿਸ ਤਰ੍ਹਾਂ ਤੁਸੀਂ ਦੱਸਿਆ ਸਮਾਜ ਸਿਹਤ ਹੋਏਗਾ, ਦੇਸ਼ ਸਿਹਤਮੰਦ ਹੋਏਗਾ, ਤਾਂ ਉਹਦੇ ਨਾਲ ਜਿਹੜਾ ਸਾਡਾ ਹੈਲਥ ਸਿਸਟਮ ਹੈ ਉਹਦੇ ਜਿਹੜਾ ਸਾਡਾ ਇਨਫਰਾਸਟ੍ਰਕਚਰ ਤੇ ਖਰਚਾ ਹੋਣ ਵਾਲਾ ਉਹ ਘਟੇਗਾ, ਵਜਨ ਘਟੇਗਾ ਤੇ ਜਿਹੜੀ ਕੰਟਰੀ ਦੀ ਜਿਹੜੀ ਇਕਨੋਮਿਕ ਪਾਵਰ ਹੈ ਉਹ ਦੇਸ਼ ਦੀ ਜਿਹੜੀ ਹੈ ਉਹ ਵਧੇਗੀ। ਤਾਂ ਇਸ ਕਰਕੇ ਜਿਹੜਾ ਹੈਗਾ ਸਾਡਾ ਜਿਹੜਾ এনवायरमेंट ਹੈ ਉਹ ਠੀਕ ਹੋਏਗਾ ਕਿਉਂਕਿ ਆਪਾਂ ਕਾਰਾਂ ਦੀ, ਮੋਟਰਸਾਈਕਲਾਂ ਦੀ ਜਿਹੜੀ ਹੈਗੀ ਉਹ ਘੱਟ ਕਰਾਂਗੇ, ਪੈਦਲ ਚੱਲਾਂਗੇ ਤੇ ਇਸ ਕਰਕੇ ਜਿਹੜਾ ਹੈਗਾ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਇੱਕ ਤਰ੍ਹਾਂ ਨਾਲ ਦੇਸ਼ ਸੇਵਾ ਹੈ। ਦੇਸ਼ ਸੇਵਾ ਕਹਿ ਸਕਦੇ ਹਾਂ। ਇਹਦੇ ਨਾਲ ਇਕਨੋਮੀ ਜਿਹੜੀ ਉਹ ਮਜ਼ਬੂਤ ਹੋਏ ਔਰ ਇਹਦੇ ਵਾਸਤੇ ਕੋਈ ਉਮਰ ਨਹੀਂ ਹੈ। ਜਦੋਂ ਅਸੀਂ ਜਾਗੇ ਉਦੋਂ ਤੋਂ ਹੀ ਸਵੇਰਾ ਸਾਨੂੰ ਉਦੋਂ ਤੋਂ ਸ਼ੁਰੂ ਕਰ ਦੇਣਾ ਚਾਹੀਦਾ। ਉਦੋਂ ਸਭ ਨੇ ਬੜੀ ਅੱਛੀ ਐਗਜ਼ਾਮਪਲ ਹੈ ਮਾਨ ਕੌਰ ਜੀ ਦੀ, ਜਿਨ੍ਹਾਂ ਨੇ 93 ਸਾਲ ਦੀ ਉਮਰ 'ਚ ਜਾ ਕੇ ਐਥਲੀਟ ਬਣਨੇ ਦਾ ਜਿਹੜਾ ਆਪਣਾ ਖਾਬ ਉਹਨੂੰ ਪੂਰਾ ਕੀਤਾ। ਔਰ ਫੌਜਾ ਸਿੰਘ ਜੀ ਹੈਗੇ ਆ, ਮਿਲਖਾ ਸਿੰਘ ਜੀ ਹੈਗੇ ਆ, ਇਹ ਬਹੁਤ ਵੱਡੀਆਂ ਐਗਜ਼ਾਮਪਲਾਂ ਹੈਗਾ ਸਾਡੇ ਸਾਹਮਣੇ ਜਿਹੜੀ। ਅੱਛਾ ਡਾਕਟਰ ਸਾਹਿਬ, ਤੁਸੀਂ ਦੱਸ ਰਹੇ ਸੀਗੇ ਕਿ ਜਿਸ ਵੇਲੇ ਅਸੀਂ ਸਾਰੀਆਂ ਵਰਜਿਸ਼ ਕਰਦੇ ਹਾਂ, ਐਕਸਰਸਾਈਜ਼ ਕਰਦੇ ਹਾਂ, ਕਿ ਕੋਈ ਖਾਣ ਪੀਣ ਦਾ ਵੀ ਸੰਬੰਧ ਹੈ ਸਿਹਤ ਦੇ ਨਾਲ, ਉਹ ਫਿਟਨੈਸ ਦੇ ਨਾਲ? ਅਸੀਂ ਕਿਉਂਕਿ ਆਯੁਰਵੇਦ ਨਾਲ ਸੰਬੰਧ ਰੱਖਦੇ ਹਾਂ, ਮੈਂ ਵੀ ਤੇ ਡਾਕਟਰ ਸਾਹਿਬ ਵੀ। ਜੀ। ਤੇ ਆਯੁਰਵੇਦ ਦੇ ਵਿੱਚ ਆਪਣਾ ਜਿਹੜੀ ਉਮਰ ਹੈ, ਜਿਹੜੀ ਸਾਡੀ ਜ਼ਿੰਦਗੀ ਹੈ, ਉਹਨੂੰ 3 ਉਹਦੇ ਉੱਪਰ ਜਿਹੜਾ ਰੱਖਿਆ ਗਿਆ ਮੇਨ, ਇੱਕ ਆਹਾਰ, ਨਿਦਰਾ ਤੇ ਬ੍ਰਹਮਚਰਿਆ। ਜੀ ਹਾਂ, ਆਹਾਰ ਜਿਹੜਾ ਸਾਡਾ ਖਾਣਾ ਪੀਣਾ ਉਹ ਕਿਸ ਤਰ੍ਹਾਂ ਖਾਣਾ ਹੈ, ਉਹ ਪੂਰਾ ਜਿਹੜਾ ਸੰਪੂਰਨ ਦੱਸਿਆ ਗਿਆ ਹੈ ਕਿ ਤੁਸੀਂ ਕਿੰਨਾ ਖਾਣਾ ਹੈ, ਕਿੰਨਾ ਨਹੀਂ ਖਾਣਾ ਹੈ, ਕਦੋਂ ਖਾਣਾ ਹੈ ਨਾ। ਤਾਂ ਉਹਨਾਂ ਵੱਲੋਂ ਦੱਸਿਆ ਕਿ ਤੁਸੀਂ ਖਾਣਾ ਜਿਹੜਾ ਉਹ ਸਨਿਗਧ ਹੋਣਾ ਚਾਹੀਦਾ, ਉਸ਼ਣ ਹੋਣਾ ਚਾਹੀਦਾ, ਮਾਤਰਾ 'ਚ ਹੋਣਾ ਚਾਹੀਦਾ ਹੈ ਨਾ, ਤੇ ਆਰਾਮ ਨਾਲ ਬੈਠ ਕੇ ਖਾਣਾ ਚਾਹੀਦਾ, ਹੱਸ ਕੇ ਨਹੀਂ ਖਾਣਾ ਚਾਹੀਦਾ, ਬੋਲ ਕੇ ਨਹੀਂ ਖਾਣਾ ਚਾਹੀਦਾ। ਤੇ ਉਹਨਾਂ ਨੇ 8 ਜਿਹੜੇ ਹੈਗੇ ਆਇਤਨ ਦੱਸੇ ਹੈ ਨਾ
ਕਿ ਉਪਯੋਗ ਕਿੱਦਾਂ ਕਰਨਾ ਹੈ, ਉਹਦੇ ਪ੍ਰਕਿਰਤੀ ਕਿੱਦਾਂ ਦੀ ਹੈ, ਕਿਹੜੇ ਦੇਸ਼ 'ਚ ਕਿਹੜਾ ਖਾਣਾ ਖਾਣਾ ਹੈ ਨਾ, ਕਿੱਦਾਂ ਉਹਦਾ ਸੰਸਕਾਰ ਕਰਨੇ, ਜਿੱਦਾਂ ਦਹੀਂ ਤੋਂ ਲੱਸੀ ਬਣਾਉਣੀ ਹੈ ਨਾ, ਤੇ ਜਿਹੜੇ ਅਲੱਗ-ਅਲੱਗ ਭੋਜਨ ਹੈ, ਜਿਹੜੇ ਅਲੱਗ-ਅਲੱਗ ਉਹ ਕੰਮ ਨਹੀਂ ਕਰ ਸਕਦੇ, ਉਹਨਾਂ ਨੂੰ ਇਕੱਠੇ ਮਿਲਾਉਣਾ, ਜਿੱਦਾਂ ਖਿਚੜੀ ਮਿਲਾਉਂਦੇ ਆਪਾਂ ਦਾਲ ਤੇ ਚਾਵਲ ਮਿਲਾ ਕੇ, ਹੈ ਨਾ, ਇਸ ਤਰ੍ਹਾਂ ਹੈਗਾ, ਉਹਦੇ ਸੰਸਕਾਰ ਕਰਕੇ ਉਹਨੂੰ ਖਾਣਾ ਹੈ ਨਾ, ਬੈਠ ਕੇ ਖਾਣਾ ਹੈ, ਤੇ ਦੇਸ਼ ਕਾਲ ਸਾਰਾ ਰਾਸ਼ੀ ਕਿੰਨੀ ਮਾਤਰਾ ਖਾਣੀ ਹੈ, ਸੰਤੁਲਿਤ ਭੋਜਨ ਹੋਣਾ ਹੈ, ਸਾਦਾ ਭੋਜਨ, ਉਹ ਸਾਰਾ ਉਹਨਾਂ ਨੇ ਦੱਸਿਆ ਹੋਇਆ। ਤੇ ਜੇ ਆਪਾਂ ਐਕਸਰਸਾਈਜ਼ ਔਰ ਖਾਣੇ ਦੇ ਆਪਸ ਦੀ ਸੰਬੰਧ ਕਰੀਏ ਤਾਂ ਉਹਦਾ ਇਹ ਹੈਗਾ ਕਿ ਜਦੋਂ ਤੁਸੀਂ ਐਕਸਰਸਾਈਜ਼ ਕੋਈ ਵੀ ਵਿਆयाम ਜਿਹੜੇ ਕਰਨਾ ਹੈ ਫਿਜ਼ੀਕਲ ਫਿਟਨੈਸ ਵਾਸਤੇ, ਤਾਂ ਉਹਦੇ ਵਿੱਚ ਔਰ ਖਾਣਾ ਖਾਣ 'ਚ, ਜਦੋਂ ਤੁਸੀਂ ਖਾਣਾ ਖਾਇਆ ਉਸ ਤੋਂ ਬਾਅਦ ਜਿਹੜਾ ਹੈਗਾ 2.5 ਤੋਂ 3 ਘੰਟੇ ਦਾ ਜਿਹੜਾ ਡਿਫਰੈਂਸ ਹੈ ਉਹ ਹੋਵੇ। ਇੱਦਾਂ ਨਹੀਂ ਹੈ ਕਿ ਖਾਣਾ ਖਾਧਾ ਤੇ ਨਾਲ ਦੇ ਨਾਲ ਜਿਹੜੀ ਹੈ ਐਕਸਰਸਾਈਜ਼ ਸ਼ੁਰੂ ਗਈ। ਆਯੁਰਵੇਦ 'ਚ ਬਲਕਿ ਇਹ ਕਿਹਾ ਗਿਆ ਕਿ ਜਿਹੜਾ ਖਾਣਾ ਖਾਣ ਤੋਂ ਬਾਅਦ ਭੱਜਦਾ ਹੈ ਤਾਂ ਉਹਦੇ ਪਿੱਛੇ ਮੌਤ ਭੱਜਦੀ ਹੈ ਜੀ, ਇੰਨਾ ਨੁਕਸਾਨਦਾਇਕ ਉਸ ਚੀਜ਼ ਨੂੰ ਮੰਨਿਆ ਗਿਆ ਹੈ। ਤਾਂ ਖਾਣਾ ਖਾਣ 'ਚ ਔਰ ਐਕਸਰਸਾਈਜ਼ ਦੇ ਵਿੱਚ ਜਿਹੜਾ ਹੈਗਾ ਉਹ ਫਰਕ ਜ਼ਰੂਰੀ ਹੈ। ਤੇ ਇੱਕ ਹੋਰ ਤ੍ਰਿਵਿਧ ਕੁਕਸ਼ੀ ਉਹਨਾਂ ਨੇ ਦੱਸਿਆ ਹੈ। ਤ੍ਰਿਵਿਧ ਕੁਕਸ਼ੀ ਇਹ ਹੈਗਾ ਕਿ ਜਿਹੜਾ ਤੁਹਾਡਾ ਢਿੱਡ ਹੈ ਉਹ 3 ਤਰ੍ਹਾਂ ਨਾਲ ਤੁਸੀਂ ਭਰਨਾ, ਇੱਕ ਜਿਹੜਾ ਸੋਲਿਡ ਪਾਰਟ, ਦੂਜਾ ਜਿਹੜਾ ਲਿਕੁਇਡ ਪਾਰਟ ਤਰਲ ਪਦਾਰਥ ਜਿਹੜਾ ਖਾਣੇ ਦਾ, ਔਰ ਤੀਜਾ ਹਿੱਸਾ ਜਿਹੜਾ ਤੁਸੀਂ ਖਾਲੀ ਰੱਖਣਾ। ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕਦਮ ਨਾਲ ਜਿਹੜਾ ਹੈਗਾ ਖਾ ਲਿਆ। ਔਰ ਜਦੋਂ ਅਗਲਾ ਭੋਜਨ ਕਰਨਾ ਤਾਂ ਜਿਹੜਾ ਪਹਿਲੇ ਦਾ ਭੋਜਨ ਹੈ ਉਹ ਹਜਮ ਹੋਇਆ ਹੋਣਾ ਚਾਹੀਦਾ। ਜਦੋਂ ਹਜਮ ਹੋ ਜਾਂਦਾ ਤਾਂ ਹੀ ਜਿਹੜਾ ਦੂਜਾ ਭੋਜਨ ਹੈ ਉਹ ਕਰਨਾ। ਤੇ ਭੋਜਨ ਦੇ ਵਿੱਚ ਜੇ ਆਪਾਂ ਹੁਣ ਦੀ ਗੱਲ ਕਰੀਏ, ਅੱਜ ਦੇ ਯੁੱਗ ਵਿੱਚ ਆਪਾਂ WHO ਆਲਮੀ ਸਿਹਤ ਸੰਸਥਾ ਦੀ ਗੱਲ ਕਰੀਏ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਫਰੂਟਸ ਹੈ, ਵੈਜੀਟੇਬਲਸ ਹੈ, ਜਿਹੜੇ ਸਬਜ਼ੀਆਂ ਤੇ ਫਲ ਜਿਹੜੇ ਹੈਗੇ ਉਹ ਭੋਜਨ ਦਾ ਅਹਿਮ ਹਿੱਸਾ ਮੰਨਿਆ ਗਿਆ। ਨੌਨ ਕਮਿਊਨੀਕੇਬਲ ਜਿਹੜੇ ਗੈਰ ਸੰਚਾਰੀ ਰੋਗ ਹੈ ਉਹਨਾਂ ਦਾ ਇੱਕ ਮੁੱਖ ਕਾਰਨ ਜਿਹੜਾ ਹੈਗਾ ਇਹ ਹੈਗਾ ਕਿ ਅਸੀਂ ਲੋਕ ਸਬਜ਼ੀਆਂ ਤੇ ਫਰੂਟਾਂ ਦਾ, ਫਲਾਂ ਦਾ ਘੱਟ ਸੇਵਨ ਕਰਦੇ ਹਾਂ। ਉਹਦਾ ਸੇਵਨ ਨੂੰ ਜ਼ਰੂਰ ਦੱਸਿਆ ਗਿਆ। ਬਿਲਕੁਲ ਠੀਕ। ਸਬਜ਼ੀਆਂ ਤੇ ਫਰੂਟਸ ਜਿਹੜੇ ਆ ਉਹਨਾਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ। ਤਾਂ ਸਿਹਤਮੰਦ ਰਹਿਣ ਵਾਸਤੇ ਇਹ ਚੀਜ਼ਾਂ ਜਿਹੜੀ ਭੋਜਨ ਜਿਹੜਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਆਪਾਂ ਜੇ ਅੱਗੇ ਗੱਲ ਕਰਾਂਗੇ ਤਾਂ ਨਿੰਦਰਾ, ਆਹਾਰ ਬਾਰੇ ਤੁਸੀਂ ਗੱਲ ਕੀਤੀ, ਸਲੀਪ ਜਿਹੜਾ ਬਹੁਤ ਜ਼ਰੂਰੀ ਹੈ ਸਰੀਰ ਲਈ। ਤੁਸੀਂ ਦੱਸੋ ਇਹਦੇ ਬਾਰੇ ਦਰਸ਼ਕਾਂ ਨੂੰ, ਸਾਡਿਆਂ ਨੂੰ। ਜਿਹੜੀ ਬੰਦੇ ਦੀ ਪ੍ਰਕਿਰਤੀ ਹੈ ਉਹਦੇ ਹਿਸਾਬ ਨਾਲ 8 ਘੰਟੇ ਤੋਂ ਲੈ ਕੇ 10 ਘੰਟੇ ਦੀ, 7 ਤੋਂ ਲੈ ਕੇ 8 ਘੰਟੇ ਦੀ, ਇਸ ਤਰ੍ਹਾਂ ਦੀ ਨੀਂਦ ਜਿਹੜੀ ਹੈ ਉਹ ਜ਼ਰੂਰੀ ਹੈ। ਤੇ ਰਾਤ ਨੂੰ ਸੌਣ ਦਾ ਜਿਹੜਾ ਵਿਧਾਨ ਹੈ, ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਜਿਹੜੇ ਕਾਲ ਸੈਂਟਰਾਂ 'ਚ ਬੱਚੇ ਕੰਮ ਕਰਦੇ ਆ ਮੁੱਖ ਤੌਰ 'ਤੇ ਉਹ ਰਾਤ ਨੂੰ ਕੰਮ ਕਰਦੇ ਆ, ਕਿਉਂਕਿ ਬਾਹਰਲੇ ਦੇਸ਼ਾਂ ਨਾਲ ਸੰਬੰਧ ਹੁੰਦਾ ਹੈ। ਤੇ ਸਵੇਰੇ ਜਿਹੜਾ ਹੈਗਾ ਉਹ ਸੌਂਦੇ ਆ, ਉਹਨਾਂ ਨੂੰ ਪੇਟ ਦੀ ਸਮੱਸਿਆਵਾਂ ਬਹੁਤ ਆਉਂਦੀਆਂ। ਤਾਂ ਰਾਤ ਦਾ ਸਮਾਂ ਜਿਹੜਾ ਹੈਗਾ ਉਹ ਵਿਸ਼ੇਸ਼ ਤੌਰ 'ਤੇ ਦੱਸਿਆ ਉਹ ਸੌਣ ਵਾਸਤੇ, ਤੇ ਦਿਨ ਦਾ ਜਿਹੜਾ ਸਮਾਂ ਉਹ ਕੰਮ ਕਰਨ ਵਾਸਤੇ ਹੈ। ਤੇ ਜਿਹੜੀ ਤੁਹਾਡੀ ਨੀਂਦ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ। ਤੁਸੀਂ 2 ਘੰਟੇ ਸੌਗੇ, ਤੁਸੀਂ ਆਪ ਹੀ ਦੇਖੋਗੇ ਤੁਹਾਡਾ ਸਰੀਰ ਜਿਹੜਾ ਹੈਗਾ ਸਾਰਾ ਦਿਨ ਸੁਸਤ ਰਹੇਗਾ, ਕੰਮ ਕਰਨ ਨੂੰ ਦਿਲ ਨਹੀਂ ਕਰੇਗਾ। ਤਾਂ ਜਿਹੜੀ ਨੀਂਦ ਹੈ ਔਰ ਆਰਾਮ, ਇਹ ਨਹੀਂ ਹੈ ਕਿ ਐਕਸਰਸਾਈਜ਼ ਹੀ ਕਰਦੇ ਰਹਿਣਾ, ਤਾਂ ਨਿਦਰਾ ਦੇ ਵਿੱਚ ਹੀ ਆਰਾਮ ਆ ਜਾਂਦਾ। ਤਾਂ ਆਰਾਮ ਔਰ ਨੀਂਦ ਜਿਹੜੀ ਹੈ ਉਹ ਵੀ ਜ਼ਰੂਰੀ ਹੈ। ਸੰਤੁਲਿਤ ਭੋਜਨ ਤੇ ਪ੍ਰੋਪਰ ਨੀਂਦ ਜਿਹੜੀ ਹੈ, ਸਲੀਪ ਜਿਹੜੀ ਹੈ, ਇਹ ਬਹੁਤ ਜ਼ਰੂਰੀ ਹੈ। ਡਾਕਟਰ ਭੰਡਾਰੀ, ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸ ਰਹੇ ਆ ਕਿ ਖਾਣਾ ਜ਼ਰੂਰੀ ਹੈ, ਖਾਣੇ ਦੇ ਨਾਲ ਨਾਲ ਅੱਛੀ ਨੀਂਦ ਜਿਹੜੀ ਹੈ ਉਹ ਸਿਹਤ ਦੇ ਲਈ ਜ਼ਰੂਰੀ ਹੈ। ਤੁਸੀਂ ਦੱਸੋ ਕਿ ਜੇ ਫਿੱਟ ਰਹਿਣ ਦੇ ਲਈ ਕੀ ਕਿਤੇ ਬਾਹਰ ਜਾਣ ਦੀ ਜ਼ਰੂਰਤ ਹੈ? ਕੋਈ ਘਰ ਦੇ ਵਿੱਚ ਰਹਿ ਕੇ ਕਿੱਦਾਂ ਫਿੱਟ ਰਿਹਾ ਜਾ ਸਕਦਾ? ਕਿਹੜੇ ਕੰਮ ਕੀਤੇ ਜਾਣ ਤਾਂ ਕਿ ਅਸੀਂ ਘਰ 'ਚ ਰਹਿ ਕੇ ਹੀ ਫਿੱਟ ਰਹਿ ਲਈਏ? ਖਾਸ ਕਰਕੇ ਅੱਜ ਕੱਲ੍ਹ ਕੋਵਿਡ ਦਾ ਦੌਰ ਚੱਲ ਰਿਹਾ। ਕੋਵਿਡ ਦਾ ਦੌਰ ਚੱਲ ਰਿਹਾ। ਦੇਖੋ ਸਰ, ਇੱਥੇ ਅਸੀਂ ਕਿਸੇ ਚੀਜ਼ ਨੂੰ ਕ੍ਰਿਟਿਸਾਈਜ਼ ਦੇ ਪੱਖੋਂ ਨਹੀਂ ਮੈਂ ਕਹਿ ਰਹੀ। ਜੇ ਕੋਈ ਬਾਹਰ ਜਾ ਕੇ ਐਕਸਰਸਾਈਜ਼ਸ, ਜਿਮਿੰਗ ਵਗੈਰਾ ਕਰ ਸਕਦਾ, ਦੈਟਸ ਗੁੱਡ, ਠੀਕ ਹੈ। ਪਰ ਜੇ ਪਾਰਟਿਕੂਲਰਲੀ ਘਰ ਦੀ ਅਸੀਂ ਗੱਲ ਕਰੀਏ, ਸਭ ਤੋਂ ਪਹਿਲਾਂ ਸਾਨੂੰ ਆਪਣੀ ਸੈਲਫ ਰਿਅਲਾਈਜੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਕਿ ਇਸ ਚੀਜ਼ ਦੀ ਇੰਪੋਰਟੈਂਸ ਕੀ ਹੈ ਸਾਡੇ ਵਾਸਤੇ, ਕਿਉਂ ਕਰਨਾ ਹੈ, ਕਿਸ ਲਈ ਕਰਨਾ ਹੈ। ਜਦ ਸਾਨੂੰ ਪਤਾ ਹੁੰਦਾ ਨਾ ਕਿ ਅਸੀਂ ਖਾਣਾ ਨਾਲ ਲੈ ਕੇ ਜਾਣਾ, ਅਸੀਂ ਖਾਣਾ ਬਣਾਉਂਦੇ ਹਾਂ, 3 ਟਾਈਮ ਬਣਾਉਂਦੇ ਹਾਂ, ਬਾਕੀ ਸਾਰੇ ਕੰਮ ਵੀ ਕਰਦੇ ਹਾਂ, ਤੇ ਫਿਰ ਅਸੀਂ ਆਪਣੀ ਸਿਹਤ ਪ੍ਰਤੀ ਕਿਉਂ ਢਿੱਲ ਵਰਤ ਜਾਂਦੇ ਹਾਂ? ਕਿਉਂਕਿ ਅਸੀਂ ਇਸ ਪ੍ਰਤੀ ਉਹ ਸੀਰੀਅਸਨੈਸ ਨਹੀਂ ਦਿਖਾਉਂਦੇ। ਬਿਲਕੁਲ ਠੀਕ ਹੈ। ਅਸੀਂ ਇੱਕ ਆਪਣੀ ਸੀਰੀਅਸਨੈਸ ਦੱਸੀਏ ਕਿ ਇੱਕ 15 ਮਿੰਟਸ ਟੂ ਹਾਫ ਆਵਰ ਅਸੀਂ ਜਿਹੜਾ ਹੈ, ਇਹਦਾ ਮਤਲਬ ਹੈ ਕਿ ਸਾਨੂੰ ਇੱਛਾ ਸ਼ਕਤੀ ਪੈਦਾ ਕਰਨ ਦੀ ਲੋੜ ਹੈ ਕਿ ਕੋਈ ਵੀ ਕੰਮ ਇਹ ਚੀਜ਼ ਕਰਨੀ ਹੈ, ਤਾਂ ਹੀ ਅਸੀਂ ਜਿਹੜਾ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ। ਡਾਕਟਰ ਮਹਿਤਾ, ਪੁਰਾਣੇ ਸਮੇਂ 'ਚ ਆਪਾਂ ਕਹਿੰਦੇ ਸੀਗੇ, ਅੱਜ ਆਪਾਂ ਚਲੋ ਮਾਡਰਨ ਸਮੇਂ 'ਚ ਵੈਸਟਰਨ ਕਲਚਰ ਜਿਹੜਾ ਪੱਛਮੀ ਅਪਣਾ ਲਿਆ। ਪੁਰਾਣੇ ਸਮੇਂ 'ਚ ਇਹ ਕਿਹਾ ਜਾਂਦਾ ਸੀ ਕਿ ਜਿੰਨਾ ਬੰਦੇ ਦਾ ਮੰਜਾ ਹੈ ਉਨੀ ਕੁ ਜਗ੍ਹਾ ਬਹੁਤ ਹੈ ਬੰਦੇ ਵਾਸਤੇ, ਜੇ ਉਹ ਫਿੱਟ ਰਹਿਣਾ ਚਾਹੁੰਦਾ ਹੈ ਤਾਂ ਬਿਲਕੁਲ ਉਨੀ ਕੁ ਜਗ੍ਹਾ ਦੇ ਵਿੱਚ ਹੀ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਕੋਈ ਸਪੈਸ਼ਲ ਸਮਾਨ ਦੀ ਜ਼ਰੂਰਤ ਨਹੀਂ ਹੈ ਫਿੱਟ ਰਹਿਣ ਵਾਸਤੇ ਕਿ ਤੁਸੀਂ ਵੇਟ ਟ੍ਰੇਨਿੰਗ ਵਾਸਤੇ ਸਮਾਨ ਖਰੀਦਣਾ ਜਾਂ ਕੁਝ ਖਰੀਦਣਾ। ਤੁਸੀਂ ਉਸੇ ਜਗ੍ਹਾ ਦੇ ਵਿੱਚ ਐਕਸਰਸਾਈਜ਼ ਕਰਕੇ, ਵਿਆयाम ਕਰਕੇ ਫਿੱਟ ਰਹਿ ਸਕਦੇ ਹੋ। ਤਾਂ ਕਿਤੇ ਅੱਜ ਦੇ ਕੋਵਿਡ ਦੇ ਕਾਲ 'ਚ ਡਾਕਟਰ ਸਾਹਿਬ ਨੇ ਦੱਸਿਆ ਉਹਦੇ ਵਿੱਚ ਤਾਂ ਬਾਹਰ ਬਿਲਕੁਲ ਹੀ ਮਨਾ ਹੈ ਹਾਲੇ ਤਾਂ। ਮਤਲਬ ਇਹ ਹੈ ਕਿ ਚਲੋ ਲਾਕਡਾਊਨ ਖੁੱਲ੍ਹ ਗਿਆ ਬਟ ਕੋਵਿਡ ਨਹੀਂ ਗਿਆ ਹਾਲੇ, ਕਿਉਂਕਿ ਸਰਕਾਰ ਦੀ ਆਪਣੀ ਮਜਬੂਰੀਆਂ, ਲਾਕਡਾਊਨ ਖੋਲ੍ਹਣਾ ਪਿਆ। ਪਰ ਜੇ ਬਿਹਤਰ ਹੈ ਕਿ ਤੁਸੀਂ ਘਰ ਦੇ ਅੰਦਰ ਹੀ ਰਹਿ ਕੇ ਇੱਕ ਯੋਗਾ ਮੈਟ ਜਿੰਨੀ ਜਗ੍ਹਾ ਹੈਗੀ ਆ ਉਹ ਬਹੁਤ ਹੁੰਦੀ ਹੈ ਫਿੱਟ ਰਹਿਣ ਵਾਸਤੇ। ਤਾਂ ਦਰਸ਼ਕੋ, ਡਾਕਟਰ ਮਹਿਤਾ ਨੇ, ਡਾਕਟਰ ਭੰਡਾਰੀ ਨੇ ਬੜਾ ਅੱਛਾ ਸੰਦੇਸ਼ ਦਿੱਤਾ ਹੈ ਕਿ ਘਰ ਦੇ ਵਿੱਚ ਰਹਿ ਕੇ ਯੋਗਾ ਮੈਟ ਦੇ ਉੱਪਰ ਅਸੀਂ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ। ਸੰਤੁਲਿਤ ਆਹਾਰ, ਨਿਯਮਿਤ ਵਿਆयाम, ਤਾਂ ਇਹ ਇਸ ਦਾ ਡਾਕਟਰ ਸਾਹਿਬ ਦਾ ਸੰਦੇਸ਼ ਹੈ। ਇਹਨੂੰ ਅਪਣਾ ਕੇ ਅਸੀਂ ਫਿੱਟ ਰਹਿ ਸਕਦੇ ਹਾਂ। ਔਰ ਫਿੱਟ ਰਹਿ ਕੇ
ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਵੀ ਫਿਟ ਰੱਖ ਸਕਦੇ ਹਾਂ, ਸਮਾਜ ਨੂੰ ਵੀ ਤੇ ਦੇਸ਼ ਨੂੰ ਵੀ ਫਿਟ ਰੱਖ ਸਕਦੇ ਹਾਂ। ਬਹੁਤ ਜ਼ਰੂਰੀ ਹੈ ਕਿ ਜੋ ਮੰਤਰ ਸਾਡੇ ਮਾਨनीय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਹੈ ਅਸੀਂ ਉਹਨੂੰ ਵੀ ਅਡਾਪਟ ਕਰੀਏ। ਉਹਨਾਂ ਨੇ ਇਹ ਗੱਲ ਬੜੀ ਸਪਸ਼ਟ ਕਹੀ ਹੈ ਕਿ ਫਿਟਨੈਸ ਦਾ ਡੋਜ਼ आधा घंटा रोज़, तो इनू असी अडॉप्ट करिए, इनू असी धारण करिए और ये चीज़ बहुत जरूरी है। ये नाल असी अपना पूरा वातावरण आला दुआला जिहड़ा उन्होंने सकारात्मक रख सकते हैं तो पूरे देश को फिट बना सकते हैं, तो ही साडा देश हिट बनेगा। डॉक्टर मेहता, डॉक्टर भंडारी, तुसीं इस प्रोग्राम च आए, वडमुल्ली जानकारी साझी की, तुहाडा बहुत बहुत धन्यवाद। दर्शकों, तुसीं भी इस प्रोग्राम नाल जुड़े, तुहाडा भी बहुत बहुत धन्यवाद।